As we get into the word, today I'm going to talk about revival. I'm not talking about some emotional stirring or people, coming from miles to see what is sensational. I want us to be a prepared people. ਮੈਂ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਕਿ ਤਿਆਰ ਲੋਕ ਹੋਈਏ Prepared in holiness, to say another way in the scripture, is to have oil in our lamps. ਪਵਿੱਤਰਤਾ ਦੇ ਅੰਦਰ ਤਿਆਰ ਹੋਣ ਦਾ ਅਰਥ ਹੈਗਾ ਕਿ ਵੀ ਸਾਡੇ ਜਿਹੜੇ ਕਿ ਲੈਂਪ ਦੇ ਅੰਦਰ ਜਿਹੜਾ ਹੈ ਤੇਲ ਹੋਣਾ ਚਾਹੀਦਾ। We want a revival of God's holy presence. ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਵਰ ਦੀ ਪਵਿੱਤਰ ਪਰਿਸਥਿਤੀ ਦਾ ਜਿਹੜਾ ਹੈਗਾ ਰਿਵਾਈਵਲ ਹੋਵੇ, Where things are so pleasing to God that He comes down to meet us. ਕਿ ਪਰਮੇਸ਼ਵਰ ਇੰਨਾ ਪ੍ਰਸੰਨ ਹੋਣ ਕਿ ਵੀ ਧਰਤੀ ਦੇ ਉੱਤੇ ਆ ਜਾਣ। In Nehemiah, the 8th chapter, ਨਿਹਮਾਇਆ ਦੇ 8ਵੇਂ ਚੈਪਟਰ ਦੇ ਅੰਦਰ I want to bring to you 5 proofs of revival. ਮੈਂ ਜਿਹੜਾ ਹੈਗਾ 5 ਜਿਹੜਾ ਹੈਗਾ ਪ੍ਰੂਫ ਦਿਖਾਉਣਾ ਚਾਹੁੰਦਾ ਹੈਗਾ ਰਿਵਾਈਵਲ ਦੇ। A biblical revival cannot be possible without these 5 things. ਇਹ 5 ਚੀਜ਼ਾਂ ਦੇ ਬਿਨਾਂ ਜਿਹੜਾ ਹੈਗਾ ਬਾਈਬਲ ਦੇ ਆਧਾਰ ਦਾ ਰਿਵਾਈਵਲ ਨਹੀਂ ਹੋ ਸਕਦਾ। These days we hear a lot about revivals. ਅੱਜ ਕੱਲ੍ਹ ਅਸੀਂ ਕਾਫੀ ਰਿਵਾਈਵਲ ਦੇ ਬਾਰੇ ਸੁਣਨੇ ਆ। But if you see the word of God, these 5 things need to be present to call it a revival. ਜੇ ਅਸੀਂ ਪਰਮੇਸ਼ਵਰ ਦਾ ਵਚਨ ਦੇਖੀਏ ਤੇ ਇਹ 5 ਚੀਜ਼ਾਂ ਦੀ ਮੌਜੂਦਗੀ ਜ਼ਰੂਰੀ ਹੈਗੀ ਹੈ ਰਿਵਾਈਵਲ ਹੋਣ ਵਾਸਤੇ। Many times you hear pastors encouraging pray for revival. ਕਈ ਵਾਰ ਪਾਦਰੀ ਜਿਹੜਾ ਹੈਗਾ ਪ੍ਰੋਤਸਾਹਿਤ ਕਰਦੇ ਹੈਗੇ ਕਿ ਰਿਵਾਈਵਲ ਵਾਸਤੇ ਪ੍ਰਾਰਥਨਾ ਕਰੋ। So I encourage you to note down these 5 things for which you should pray. ਤੇ ਇਹ 5 ਚੀਜ਼ਾਂ ਹੈਗੀਆਂ ਤੁਸੀਂ ਨੋਟ ਡਾਊਨ ਕਰ ਲਓ ਜਿਨ੍ਹਾਂ ਦੇ ਵਾਸਤੇ ਤੁਸੀਂ ਪ੍ਰਾਰਥਨਾ ਕਰੋ। Nehemiah, the book of Nehemiah is a book on revival. ਨਹਿਮਾਇਆ ਦੀ ਪੁਸਤਕ ਰਿਵਾਈਵਲ ਦੀ ਪੁਸਤਕ ਹੈ। Thousands of Jews returned back to Jerusalem. ਹਜ਼ਾਰਾਂ ਤਰ੍ਹਾਂ ਦੇ ਜਿਹੜੇ ਯਹੂਦੀ ਹੈਗੇ ਸੀ ਆਪਣਾ ਯਰੂਸ਼ਲਮ ਵਾਪਸ ਆਏ From exile in Babylon. ਬੈਬੀਲੋਨ ਦੇ ਅੰਦਰ ਜਿੱਥੇ ਉਹਨਾਂ ਨੂੰ ਉਠਾ ਕੇ ਲੈ They rebuilt the walls. ਉਹਨਾਂ ਨੇ ਜਿਹੜੇ ਕਿ ਦੀਵਾਰਾਂ ਦੁਬਾਰਾ ਬਣਾਈਆਂ। They got back to the old paths. ਔਰ ਉਹ ਜਿਹੜੇ ਪੁਰਾਣੇ ਨਿਯਮ ਹੈਗੇ ਸੀ ਆਪਣੇ ਉਹਨਾਂ ਨੇ ਕਰਨੇ ਸ਼ੁਰੂ ਕੀਤੇ। Paths of true holiness and true worship. ਸੱਚੀ ਧਾਰਮਿਕਤਾ ਜਿਹੜੀ ਹੈਗੀ ਔਰ ਆਰਾਧਨਾ ਦੇ ਨਾਲ। The book of Nehemiah is a type of believers leaving the bondage of exile. ਇਹ ਉਹ ਪੁਸਤਕ ਹੈਗੀ ਨਹਿਮਾਇਆ ਦੀ ਕਿ ਜੋ ਦਾਸਪਨ ਦਾ ਜਿਹੜਾ ਹੈਗਾ ਜਗ੍ਹਾ ਛੱਡ ਕੇ ਆਏ ਹੋ। Believers leaving the dead situation they were in. ਵਿਸ਼ਵਾਸੀ ਲੋਕ ਜਿਹੜੇ ਜੋ ਉਹਨਾਂ ਦੇ ਜੀਵਨ ਦੇ ਅੰਦਰ ਮ੍ਰਿਤ ਸਿਚੁਏਸ਼ਨ ਹੈਗੀਆਂ ਸੀ ਉਹਨਾਂ ਨੂੰ ਛੱਡ ਕੇ Going back to the true path of holiness. ਵਾਪਸ ਜਾਂਦੇ ਪਏ ਹੈਗੇ ਨੇ ਪਵਿੱਤਰਤਾਈ ਸੱਚੀ ਪਵਿੱਤਰਤਾਈ ਦੀ ਤਰਫ। These volunteers work together. ਇਹ ਜਿਹੜੇ ਵੋਲੰਟੀਅਰ ਹੈਗੇ ਇਕੱਠੇ ਕੰਮ ਕਰਦੇ। They removed the rubbish. ਉਹਨਾਂ ਨੇ ਗੰਦ ਸਾਫ਼ ਕੀਤਾ। The filth that had filled Jerusalem. ਯਰੂਸ਼ਲਮ ਦੇ ਅੰਦਰ ਜਿਹੜਾ ਗੰਦ ਇਕੱਠਾ ਹੋ ਗਿਆ ਸੀ ਉਹ ਸਾਫ਼ ਕੀਤਾ। They rebuilt the destroyed walls. ਔਰ ਜਿਹੜੀ ਨਸ਼ਟ ਹੋਈਆਂ ਦੀਵਾਰਾਂ ਉਹਨਾਂ ਨੂੰ ਦੁਬਾਰਾ ਬਣਾਇਆ। They set up the gates. ਉਹ ਗੇਟ ਨੂੰ ਸਥਾਪਨਾ ਕੀਤੀ। That's what we are trying to do here in All Nations International Community Church. ਅਸੀਂ ਇੰਟਰਨੈਸ਼ਨਲ ਕਮਿਊਨਿਟੀ ਚਰਚ ਦੇ ਅੰਦਰ ਇਹੀ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। We are removing the rubbish which has accumulated. ਜਿਹੜਾ ਗੰਦ ਜਿਹੜਾ ਇਕੱਠਾ ਹੋ ਗਿਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। Rubbish of false doctrine. ਗਲਤ ਸਿਧਾਂਤਾਂ ਦਾ ਗੰਦ ਜਿਹੜਾ Rubbish of materialism. ਕਿ ਦੁਨਿਆਵੀ ਚੀਜ਼ਾਂ ਦਾ ਜਿਹੜਾ ਹੈਗਾ Rubbish of compromise on teaching God's word. ਔਰ ਉਹ ਗੰਦ ਜਿਹੜਾ ਕਿ ਪਰਮੇਸ਼ਵਰ ਦੇ ਵਚਨ ਨੂੰ ਜਿਹੜਾ ਹੈਗਾ ਕੰਪਰੋਮਾਈਜ਼ ਜਿਹੜਾ ਕਰਦਾ। We are rebuilding the walls which are crumbled. ਔਰ ਜੋ ਉਹ ਦੀਵਾਰਾਂ ਥੱਲੇ ਗਿਰ ਗਈਆਂ ਹੈਗੀਆਂ ਉਹਨਾਂ ਨੂੰ ਦੁਬਾਰਾ ਸਥਾਪਿਤ ਕਰ ਰਹੇ ਹਾਂ। God's people's families have been plundered by Satan. ਸ਼ੈਤਾਨ ਜਿਹੜਾ ਹੈਗਾ ਲੋਕਾਂ ਦੇ ਪਰਿਵਾਰਾਂ ਨੂੰ ਜਿਹੜਾ ਹੈਗਾ ਖਰਾਬ ਕਰ ਰਿਹਾ ਹੈਗਾ। Homes have been destroyed. ਘਰ ਜਿਹੜੇ ਹੈਗੇ ਤਹਿਸ ਨਹਿਸ ਹੁੰਦੇ ਪਏ। Many are backslidden. ਕਾਫੀ ਲੋਕ ਜਿਹੜਾ ਹੈਗਾ ਵਾਪਸ ਚਲੇ ਗਏ ਵਿਸ਼ਵਾਸ ਤੋਂ। The word of God is being distorted. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਟੇੜਾ ਮੇੜਾ ਕੀਤਾ ਜਾ ਰਿਹਾ। We are here to be rebuilt. ਅਸੀਂ ਹੈਗੇ ਆ ਐਸੇ ਕਿ ਦੁਬਾਰਾ ਸਥਾਪਿਤ ਕਰੀਏ। So I want to talk to you about these 5 evidences of revival. ਮੈਂ ਚਾਹੁੰਦਾ ਕਿ ਰਿਵਾਈਵਲ ਦੇ 5 ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰੀ ਹੈਗੀਆਂ। They should be seen in our lives. ਇਹ ਸਾਡੇ ਜੀਵਨ ਦੇ ਅੰਦਰ ਹੋਣੀ ਚਾਹੀਦੀਆਂ। I want you to check all these 5 things every night before you go to bed. ਤੁਸੀਂ ਜਦੋਂ ਰੋਜ਼ ਸੌਣ ਜਾਂਦੇ ਹੈਗੇ ਉਸ ਵੇਲੇ ਆਪਣੇ ਜੀਵਨ ਦੇ ਅੰਦਰ ਇਹ 5 ਚੀਜ਼ਾਂ ਦੇ ਬਾਰੇ ਸੋਚੋ। The number one thing which happened after the walls were built. ਸਭ ਤੋਂ ਪਹਿਲੀ ਚੀਜ਼ ਜਿਹੜੀ ਹੋਈ ਸੀ ਤੇ ਦੀਵਾਰਾਂ ਖੜੀ ਕਰਨ ਦੇ ਬਾਅਦ Number one evidence. ਸਭ ਤੋਂ ਪਹਿਲਾ ਐਵੀਡੈਂਸ ਹੈਗਾ An overwhelming desire to hear and obey the word of the Lord.
ਸਭ ਤੋਂ ਵੱਡਾ ਦਿਲ ਦੇ ਅੰਦਰ ਖੁਆਇਸ਼ ਜਿਹੜੀ ਹੈਗੀ ਕਿ ਪਰਮੇਸ਼ਵਰ ਦਾ ਵਚਨ ਸੁਣੀਏ ਔਰ ਉਹਨਾਂ ਦੀ ਆਗਿਆ ਦਾ ਪਾਲਨ ਕਰੀਏ। Let us read Nehemiah 8 chapter 1 to 5. ਨehemiah 8ਵੇਂ ਅਧਿਆਇ ਦੇ ਅੰਦਰ 1 ਤੋਂ 5 ਦੇਖਨੇ ਆ। And all the people gathered themselves together as one man into the street that was before the water gate. And they spake unto Ezra the scribe to bring the book of the law of Moses, which the Lord had commanded to Israel. And Ezra the priest brought forth the law before the congregation of both of men and women and all that could hear with understanding upon the first day of the 7th month. And he read therein before the street that was before the water gate from the morning until midday, before the men and the women and those that could understand. And the ears of the people were attentive unto the book of the law. And Moses and Ezra opened the book in the sight of all people, and when he opened it, all the people stood up. जब 7वां महीना निकट आया उस समय सब इस्राएल अपने अपने नगर में थे। तब उन सब लोगों ने एक मन होकर जल फाटक के सामने के चौक में इकट्ठे होकर एजरा शास्त्री से कहा कि मूसा की जो व्यवस्था यहोवा ने इज़राइल को दी थी उसकी पुस्तक ले आ। तब एजरा याजक 7वें महीने के पहले दिन को क्या स्त्री क्या पुरुष जितने सुनकर समझ सकते थे उन सबों के सामने व्यवस्था को ले आया, और वह उनकी बातें भोर से दोपहर तक उस चौक के सामने जो जल फाटक के सामने था, क्या स्त्री क्या पुरुष, और उस सब समझने वालों को पढ़कर सुनाता रहा, और लोग व्यवस्था की पुस्तक पर कान लगाए बैठे रहे। तब एजरा ने जो उन लोगों के ऊंचे पर थे सबों ने उस पुस्तक को खोल दिया, और जब उसने उसको खोला सब लोग उठ खड़े हुए। Their heart cry was, we want to listen to the word of God. उन्हें दिल ਦੇ ਕਰਾਨਾ ਇਹ ਹੈਗੀ ਸੀ ਕਿ ਅਸੀਂ ਪਰਮੇਸ਼ਵਰ ਦਾ ਵਚਨ ਸੁਣਨਾ ਚਾਹੁੰਦੇ ਹਾਂ। Ezra read the word of God for 6 hours. ਇਜ਼ਰਾ ਨੇ ਪਰਮੇਸ਼ਵਰ ਦਾ ਵਚਨ 6 ਘੰਟੇ ਵਾਸਤੇ ਪੜਿਆ। The multitude stood in front of him. ਬੜੇ ਢੇਰ ਸਾਰੇ ਲੋਕ ਖੜੇ ਸੀ ਉਹਦੇ ਸਾਹਮਣੇ। They were learning that the cause of their suffering was their stubbornness and rebellion before God. ਉਹਨਾਂ ਨੂੰ ਇਹ ਚੀਜ਼ ਸਮਝ ਆਈ ਕਿ ਉਹਨਾਂ ਨੂੰ ਜੋ ਵੀ ਸਾਰੀਆਂ ਉਹਨਾਂ ਦੇ ਬੁਰੀਆਂ ਚੀਜ਼ਾਂ ਹੋਈਆਂ ਉਹ ਤਾਂ ਹੋਈਆਂ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਆਗਿਆ ਦਾ ਉਲੰਘਣ ਕੀਤਾ। The surest evidence of revival in a church, in a city, in a person is the desire for God's word. ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਹੈ ਕਿ ਰਿਵਾਈਵਲ ਹੋਵੇ ਇਨਸਾਨ ਦੇ ਦਿਲ ਦੇ ਅੰਦਰ ਜਿਹੜਾ ਹੈਗਾ ਕਿ ਪਰਮੇਸ਼ਵਰ ਦਾ ਵਚਨ ਸੁਣਨ ਦੀ ਜਿਹੜੀ ਹੈਗੀ ਤੀਵਰ ਇੱਛਾ। Because if people say I love Jesus but don't read God's word, it is a false love. ਜੇ ਲੋਕੀ ਕਹਿੰਦੇ ਕਿ ਮੈਂ ਪ੍ਰਭੂ ਯਿਸੂ ਨਾਲ ਪਿਆਰ ਕਰਨਾ ਲੇਕਿਨ ਪਰਮੇਸ਼ਵਰ ਦਾ ਵਚਨ ਨਹੀਂ ਪੜਦਾ, ਇਹ ਗਲਤ ਪਿਆਰ ਹੈ। Because the Bible says, John 1:1, in the beginning was the word was with God, and the word was God. And this is the word which God has given us. क्योंकि यूहन्ना 1:1 के अंदर लिखा है कि शुरुआत में परमेश्वर वचन था, परमेश्वर के साथ वचन था और परमेश्वर ही वचन था, और यही वचन जो हैगा सानू दिता गया हैगा। Backslidden Christians don't like God's word. ਜਿਹੜੇ ਪਰਮੇਸ਼ਵਰ ਤੋਂ ਦੂਰ ਹੋ ਗਏ ਨੇ ਉਹਨਾਂ ਨੂੰ ਪਰਮੇਸ਼ਵਰ ਦਾ ਵਚਨ ਨਹੀਂ ਪਸੰਦ। The word of God is boring, brother. That's what some people tell me. ਕਈ ਲੋਕ ਜਿਹੜਾ ਹੈਗਾ ਮੈਨੂੰ ਕਹਿੰਦੇ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਬੋਰਿੰਗ ਹੈਗਾ। The word of God becomes full of exciting things when you start to love, when there is revival in our hearts. ਜਦੋਂ ਸਾਡੇ ਦਿਲ ਦੇ ਅੰਦਰ ਰਿਵਾਈਵਲ ਹੈਗਾ ਤੇ ਉਸ ਵੇਲੇ ਪਰਮੇਸ਼ਵਰ ਦਾ ਵਚਨ ਬਹੁਤ ਅੱਛਾ ਲੱਗਣਾ ਸ਼ੁਰੂ ਹੋ ਜਾਂਦਾ ਹੈ। Backslidden preachers don't preach much of God's word. ਜਿਹੜੇ ਪਰਮੇਸ਼ਵਰ ਤੋਂ ਦੂਰ ਹੋ ਗਏ ਨੇਗੇ ਉਹ ਵੀ ਸਿੱਖਿਅਕ ਜਿਹੜੇ ਹੈਗੇ ਪਰਮੇਸ਼ਵਰ ਦਾ ਵਚਨ ਜ਼ਿਆਦਾ ਨਹੀਂ ਪੜਾਉਂਦੇ। Their messages are filled with many other things. ਉਹਨਾਂ ਦੇ ਜਿਹੜੇ ਸੰਦੇਸ਼ ਹੈਗੇ ਹੋਰ ਚੀਜ਼ਾਂ ਦੇ ਨਾਲ ਭਰਿਆ ਹੁੰਦਾ ਹੈ। When the word is preached, it brings conviction and shakes up the church. ਜਦੋਂ ਪਰਮੇਸ਼ਵਰ ਦਾ ਵਚਨ ਪੜਾਇਆ ਜਾਂਦਾ ਹੈਗਾ ਤੇ ਉਹ ਦਿਲ ਨੂੰ ਜਿਹੜਾ ਹੈਗਾ ਝਕਝੋਰ ਦਿੰਦਾ ਹੈਗਾ। Where the Lord Holy Spirit works, the love is for the word of God. ਜਿੱਥੇ ਪਵਿੱਤਰ ਆਤਮਾ ਕੰਮ ਕਰਦਾ ਹੈਗਾ ਉੱਥੇ ਦਿਲ ਜਿਹੜਾ ਹੈਗਾ ਤੁਹਾਡਾ ਵਚਨ ਦੇ ਨਾਲ ਜੁੜਿਆ ਰਹਿੰਦਾ ਹੈ। When the word of God is compromised, we will see the results. ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਕੰਪਰੋਮਾਈਜ਼ ਕਰਾਂਗੇ ਤੇ ਸਾਨੂੰ ਉਹਦਾ ਜਿਹੜਾ ਹੈਗਾ ਰਿਜ਼ਲਟ ਨਜ਼ਰ ਆਏਗਾ। People are satisfied with sin, lethargy and compromise. ਲੋਕੀ ਜਿਹੜਾ ਹੈਗਾ ਖੁਸ਼ ਹੋ ਜਾਣਗੇ ਕਿ ਵੀ ਚਲੋ ਆਰਾਮ ਕਰਨ ਨੂੰ ਮਿਲਦਾ ਪਿਆ ਹੈਗਾ ਔਰ ਪਾਪ ਜ਼ਿੰਦਗੀ ਦੇ ਅੰਦਰ ਪਾਪ ਵੀ ਚੱਲ ਰਿਹਾ। When God is at work, the word of God becomes the star of the show. ਜਦੋਂ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਦਿਲ ਦੇ ਅੰਦਰ ਹੈਗਾ ਤੇ ਉਹ ਜਿਹੜਾ ਹੈਗਾ
ਉਸ ਸ਼ੋਅ ਦਾ ਸਭ ਤੋਂ ਵੱਡਾ ਸਟਾਰ ਬਣ ਜਾਂਦਾ ਹੈ। But today, sadly, people need more excitement and entertainment than the word of God. ਲੇਕਿਨ ਦੁੱਖ ਦੀ ਗੱਲ ਹੈਗੀ ਕਿ ਲੋਕਾਂ ਨੂੰ ਜਿਹੜਾ ਹੈਗਾ ਐਂਟਰਟੇਨਮੈਂਟ ਜ਼ਿਆਦਾ ਚਾਹੀਦੀ ਹੈਗੀ ਹੈ, ਬਨਸਪਤ ਕੇ ਵਚਨ ਚਾਹੀਦੇ They want special music, they want special singers, they want excitement. ਉਹਨਾਂ ਨੂੰ ਜਿਹੜਾ ਹੈਗਾ ਸਪੈਸ਼ਲ 뮤직 ਔਰ ਸਿੰਗਰ ਚਾਹੀਦੇ ਹੈਗੇ, ਐਕਸਾਈਟਮੈਂਟ ਚਾਹੀਦੀ ਚਰਚ 'ਚ। When the Holy Ghost comes, ਜਦੋਂ ਪਵਿੱਤਰ ਆਤਮਾ ਆਉਂਦਾ ਹੈ, there is no one who is the star other than the word of God. ਉਸ ਵੇਲੇ ਜਿਹੜਾ ਹੈਗਾ ਸਿਰਫ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਸਟਾਰ ਹੁੰਦਾ। The desire will be, Lord, I want to read your word. ਇੱਛਾ ਹੋਣੀ ਚਾਹੀਦੀ ਤੀਵਰ ਕਿ ਪਰਮੇਸ਼ਵਰ ਮੈਂ ਵਚਨ ਪੜ੍ਹਨਾ ਚਾਹੁੰਦਾ ਤੁਹਾਡਾ। Whatever is there, Lord, I want the whole counsel of God. ਜੋ ਵੀ ਹੈਗਾ ਪਰਮੇਸ਼ਵਰ ਦੇ ਵਚਨ ਮੈਂ ਚਾਹੁੰਦਾ ਕਿ ਉਹਦੀ ਸਾਰੀ ਸਮਝ ਬੂਝ ਮੈਨੂੰ ਮਿਲੇ। But I think with the desire for God's word, we should have one more thing. ਲੇਕਿਨ ਮੈਂ ਸਮਝਣਾ ਹੈ ਕਿ ਪਰਮੇਸ਼ਵਰ ਦੇ ਵਚਨ ਦੀ ਤੀਵਰ ਇੱਛਾ ਦੇ ਇਲਾਵਾ ਇੱਕ ਹੋਰ ਚੀਜ਼ ਚਾਹੀਦੀ ਹੈ। We need a baptism of anger. ਇੱਕ ਸਾਨੂੰ ਜਿਹੜਾ ਹੈਗਾ ਬਪਤਿਸਮਾ ਚਾਹੀਦਾ ਹੈਗਾ ਗੁੱਸੇ ਦਾ। I know you may think, what is this pastor telling? ਹੋ ਸਕਦਾ ਤੁਸੀਂ ਸੋਚ ਰਹੇ ਹੋ ਕਿ ਪਾਦਰੀ ਜੀ ਕੀ ਕਹਿੰਦੇ ਪਏ। Listen to me carefully. ਧਿਆਨ ਨਾਲ ਸੁਣੋ। Acts 17:16. ਪ੍ਰੇਰਿਤਾਂ ਦੇ ਕੰਮ 17:16 ਚ ਲਿਖਿਆ। Now while Paul waited for them at Athens, his spirit was stirred in him when he saw the city wholly given to idolatry. और पौलुस अथेने में उनकी बात जोड़ रहा था तो नगर के मूर्तों से भरा हुआ देखकर उसका जी जल उठा। Stirred means full of anger. The Hindi word says jal uta, means his heart burned inside him. कि ਉਹਦਾ ਅੰਦਰ ਜਿਹੜਾ ਹੈਗਾ ਦਿਲ ਇਸ ਤਰ੍ਹਾਂ ਜਲਦਾ ਪਿਆ ਹੈਗਾ ਸੀ ਉਹ ਦੇਖ ਕੇ। The world praises Athens and the philosophers of it. ਪੂਰੀ ਦੁਨੀਆ ਜਿਹੜੀ ਹੈ ਐਥਨ ਜਿਹੜੇ ਹੈਗੇ ਉਹਨਾਂ ਦੇ ਫਿਲਾਸਫਰ ਨੂੰ ਬੜਾ ਵਾਹ ਕਰਦੇ ਸੀ। But I think we can learn from Paul's anger. ਲੇਕਿਨ ਅਸੀਂ ਪੌਲ ਦੇ ਜਿਹੜਾ ਹੈਗਾ ਗੁੱਸੇ ਤੋਂ ਜਿਹੜਾ ਹੈਗਾ ਸਮਝ ਸਕਨੇ ਹਾਂ ਕੁਝ। I prayed to God in the last days when I was preparing this message, Lord, give me this baptism of anger. ਮੈਂ ਪਰਮੇਸ਼ਵਰ ਨੂੰ ਜਿਹੜਾ ਹੈਗਾ ਪ੍ਰਾਰਥਨਾ ਕਰਦਾ ਪਿਆ ਹੈਗਾ ਸੀ ਇਸ ਸੰਦੇਸ਼ ਦੇ ਦੌਰਾਨ ਬਣਾਉਂਦੇ ਹੋਏ ਕਿ ਵੀ ਮੈਨੂੰ ਵੀ ਇਸ ਤਰ੍ਹਾਂ ਦਾ ਗੁੱਸਾ ਦੇਵੋ। What was Paul angry about? ਪੌਲ ਜਿਹੜਾ ਹੈਗਾ ਕਿਸ ਵਾਸਤੇ ਗੁੱਸਾ ਸੀ? Paul was angry that these idol-based religions were deceiving people. ਉਹਨੂੰ ਇਸ ਚੀਜ਼ ਦਾ ਗੁੱਸਾ ਆਉਂਦਾ ਪਿਆ ਹੈਗਾ ਸੀ ਕਿ ਇਹ ਬੁੱਤ ਦੇ ਉੱਪਰ ਜਿਹੜੇ ਇਹਨਾਂ ਨੇ ਰਿਲੀਜਨ ਬਣਾਏ ਹੈਗੇ ਲੋਕਾਂ ਨੂੰ ਜਿਹੜਾ ਹੈਗਾ ਭਰਮਾਉਂਦੇ ਪਏ। He was angry at the reckless devotion of these people to these idols. ਕਿ ਉਹਨੂੰ ਇਸ ਚੀਜ਼ ਦਾ ਗੁੱਸਾ ਹੈਗਾ ਸੀ ਕਿ ਲੋਕੀ ਅੰਧਕਾਰ ਦੇ ਅੰਦਰ ਜਿਹੜਾ ਹੈਗਾ ਇਹ ਬੁੱਤਾਂ ਦੇ ਪਿੱਛੇ ਚੱਲਦੇ ਪਏ ਹੈਗੇ। Paul was angry that this love should have been for Christ and Christ was cheated of this love. ਕਿ ਉਹਨੂੰ ਇਸ ਚੀਜ਼ ਦਾ ਜਿਹੜਾ ਹੈਗਾ ਗੁੱਸਾ ਹੈਗਾ ਸੀ, ਜਲਨ ਹੈਗੀ ਸੀ ਉਹਨੂੰ ਕਿ ਇਹ ਪ੍ਰੇਮ ਜਿਹੜਾ ਬੁੱਤਾਂ ਵਾਸਤੇ ਦੇ ਰਹੇ ਨੇ ਇਹ ਪ੍ਰਭੂ ਯਿਸੂ ਦਾ ਹੋਣਾ ਚਾਹੀਦਾ। Paul was angry because the hearts of flesh were crying out to God whose heart was stone. ਕਿ ਉਹ ਇਸ ਚੀਜ਼ ਦਾ ਗੁੱਸਾ ਹੈਗਾ ਸੀ ਕਿ ਦਿਲ ਜਿਹੜੇ ਫਲੈਸ਼ ਦੇ ਬਣੇ ਹੈਗੇ ਹਾਰਡ ਮਾਸ ਦੇ ਬਣੇ ਹੈਗੇ ਨੇ ਐਵੇਂ ਜੇ ਪਰਮੇਸ਼ਵਰ ਨੂੰ ਕਰਦੇ ਪਏ ਜਿਹਦਾ ਤੇ ਦਿਲ ਹੀ ਪੱਥਰ ਦਾ ਹੈਗਾ। Paul was angry because these philosophers were mocking God. ਇਹ ਤਾਂ ਗੁੱਸਾ ਹੈਗਾ ਸੀ ਕਿਉਂਕਿ ਇਹ ਫਿਲਾਸਫਰ ਜਿਹੜੇ ਹੈਗੇ ਸੀ ਉਹ ਪਰਮੇਸ਼ਵਰ ਦਾ ਮਖੌਲ ਉਡਾਉਂਦੇ ਪਏ ਸੀ। Paul was angry that the devil could keep these people under chains. ਇਸ ਚੀਜ਼ ਦਾ ਗੁੱਸਾ ਹੈਗਾ ਸੀ ਕਿ ਸ਼ੈਤਾਨ ਜਿਹੜਾ ਹੈਗਾ ਲੋਕਾਂ ਨੂੰ ਜਕੜ ਕੇ ਰੱਖ ਸਕਦਾ ਹੈਗਾ। Do we have this anger today, my dear brother, my dear sister? ਕਿ ਸਾਡੇ ਅੰਦਰ ਇਸ ਚੀਜ਼ ਦਾ ਗੁੱਸਾ ਹੈ। Are we angry that some of our relatives, some of our friends don't know Christ but are, under bondage to these things? Are we angry about it? ਸਾਨੂੰ ਇਸ ਚੀਜ਼ ਦਾ ਗੁੱਸਾ ਹੈਗਾ ਕਿ ਸਾਡੇ ਕੁਝ ਰਿਸ਼ਤੇਦਾਰ ਜਿਹੜੇ ਹੈਗੇ ਦਾਸ ਬਣੇ ਪਏ ਹੈਗੇ ਨੇ ਇਹੋ ਜਿਹੀ ਚੀਜ਼ਾਂ ਦੇ। If we don't feel angry, we will never pray for them. I'm telling you. ਜੇ ਸਾਨੂੰ ਗੁੱਸਾ ਨਹੀਂ ਹੈਗਾ ਤੇ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਦੇ ਨਹੀਂ ਕਰਾਂਗੇ। We have to be angry about these things. ਸਾਨੂੰ ਇਸ ਚੀਜ਼ਾਂ ਦੇ ਬਾਰੇ ਗੁੱਸਾ ਹੋਣਾ ਚਾਹੀਦਾ ਹੈ। These things to stir up anger in us. ਤਾਂ ਕਿ ਸਾਡੇ ਦਿਲ ਨੂੰ ਜਿਹੜਾ ਹੈਗਾ ਝਕਝੋਰ ਜਾਵੇ ਅੰਦਰੋਂ। We have nothing to do with violence. ਸਾਨੂੰ ਜਿਹੜਾ ਹੈਗਾ ਮਾਰ ਕੂਟ ਨਹੀਂ ਕਰਨੀ। We don't want to break anything. ਕੋਈ ਚੀਜ਼ ਨਹੀਂ ਤੋੜਨੀ। We don't want to attack anything. ਕਿਸੇ ਤੇ ਆਕਰਮਣ ਨਹੀਂ ਕਰਨਾ। We don't attack any religion. ਅਸੀਂ ਕਿਸੇ ਵੀ ਜਿਹੜਾ ਹੈਗਾ ਰਿਲੀਜਨ ਨੂੰ ਆਕਰਮਣ ਨਹੀਂ ਕਰਦੇ। Our fight is on our knees. ਸਾਡੀ ਲੜਾਈ ਜਿਹੜੀ ਹੈਗੀ ਘੁਟਨਾਂ ਦੇ ਉੱਤੇ ਹੈ। Our anger is against the devil. ਸਾਡਾ ਗੁੱਸਾ ਜਿਹੜਾ ਹੈਗਾ ਸ਼ੈਤਾਨ ਦੇ ਵਿਰੁੱਧ ਹੈ। Our anger is against the way these people are under bondage. ਸਾਡਾ ਗੁੱਸਾ ਜਿਹੜਾ ਹੈਗਾ ਇਸ ਚੀਜ਼ ਦਾ ਹੈ ਕਿ ਵੀ ਲੋਕੀ ਜਿਹੜਾ ਹੈਗਾ ਬੁੱਤਾਂ ਦੇ ਪਿੱਛੇ ਚੱਲੇ I ਪਏ। cannot rest, Lord, till my mother or my father or my brother or my sister or my friends are saved. Lord, what are you going to do about it? I want this person to be delivered once and for all. ਪ੍ਰਭੂ ਦੇ ਨਾਲ ਪ੍ਰਾਰਥਨਾ ਇਹ ਹੈਗੀ ਸਾਡੀ ਕਿ ਸਾਡਾ ਮਾਤਾ ਸਾਡੇ ਪਿਤਾ ਸਾਡੇ ਭੈਣ ਭਰਾ ਜਿਹੜੇ ਹੈਗੇ ਨੇ ਉਹ ਕਿਸੇ ਤਰ੍ਹਾਂ ਛੁਡਾਏ ਜਾਣ ਇਹ ਸ਼ੈਤਾਨ ਤੋਂ।
There's a Greek story, mythology. ਇੱਕ ਯੂਨਾਨੀ ਮੈਥੋਲੋਜੀ ਕਹਾਣੀ ਹੈਗੀ ਹੈ There's a dragon, and they give the dragon once a year some young people or young women. ਕਿ ਇੱਕ ਕੋਈ ਡਰੈਗਨ ਹੈਗਾ ਔਰ ਉਹਨੂੰ ਜਿਹੜਾ ਹੈਗਾ ਅਰਪਿਤ ਕੀਤਾ ਜਾਂਦਾ ਹੈ ਕੋਈ ਇੱਕ ਜਵਾਨ ਔਰਤ ਜਾਂ ਆਦਮੀ When the dragon is full, he goes back into his cave for one more year. ਜਦੋਂ ਡਰੈਗਨ ਜਿਹੜਾ ਹੈਗਾ ਉਹ ਭਰ ਜਾਂਦਾ ਉਹਦਾ ਢਿੱਡ ਤੇ ਫਿਰ ਉਹ 1 ਸਾਲ ਵਾਸਤੇ ਦੁਬਾਰਾ ਜਿਹੜਾ ਹੈ ਆਪਣੀ ਗੁਫਾ 'ਚ ਚਲਾ ਜਾਂਦਾ This devil, the dragon, is eating up lots of souls. ਇਹ ਜਿਹੜਾ ਡਰੈਗਨ ਹੈ ਜਿਹੜਾ ਸ਼ੈਤਾਨ ਹੈ ਬੜੀ ਰੂਹਾਂ ਨੂੰ ਜਿਹੜਾ ਹੈਗਾ ਖਾਂਦਾ ਪਿਆ But do we care? ਲੇਕਿਨ ਅਸੀਂ ਸਾਨੂੰ ਕੁਝ ਫਰਕ ਪੈਂਦਾ Does this stir us to anger? ਕਿ ਇਹ ਸਾਡਾ ਜਿਹੜਾ ਹੈਗਾ ਦਿਲ 'ਚ ਚੋਰਨਾ ਚਾਹੀਦਾ ਹੈ Leave a stranger, even our own people, our own relatives, our own, brothers, sisters, we don't get anger that they are still under bondage. ਕੋਈ ਅਜਨਬੀ ਨੂੰ ਤਾਂ ਛੱਡੋ ਸਾਡੇ ਆਪਣੇ ਜਿਹੜੇ ਰਿਸ਼ਤੇਦਾਰ ਹੈਗੇ ਉਹ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾਸ ਬਣੇ ਪਏ ਨੇ Revival starts inside. ਰਿਵਾਈਵਲ ਜਿਹੜਾ ਹੈਗਾ ਅੰਦਰੋਂ ਚੱਲਦਾ It is not the Pentecostal who comes to my door, ਇਹ ਉਹ ਪੈਂਤੇਕੋਸਟਲ ਨਹੀਂ ਹੈਗਾ ਜਿਹੜਾ ਮੇਰੇ ਬੂਹੇ ਤੇ ਆਂਦਾ nor an evangelical, ਕੋਈ ਇਵੈਂਜਲੀਕਲ ਵੀ ਨਹੀਂ ਆਂਦਾ nor a Baptist, ਨਾ ਹੀ ਬੈਪਟਿਸਟ ਆਂਦਾ but it is the deceived Jehovah Witness and the senseless Mormons who come to my door every time knocking and giving a pamphlet. ਇਹ ਯਹੋਵਾ ਵਿਟਨੈਸ ਔਰ ਮਾਰਮਨ ਜੇ ਹੈਗੇ ਜਿਹੜੇ ਭਰਮਾਏ ਹੋਏ ਨੇ ਉਹ ਆਂਦੇ ਨੇ ਸਾਡੇ ਬੂਹੇ ਦੇ ਉੱਤੇ ਜਿਹੜਾ ਹੈਗਾ ਸਾਨੂੰ ਪੈਂਫਲੇਟ We have these false cults leading people away. ਇਹ ਗਲਤ ਰਿਲੀਜਨ ਹੈਗੇ ਜਿਹੜੇ ਲੋਕਾਂ ਨੂੰ ਭਰਮਾਉਂਦੇ ਪਏ ਆ Do we get angry? ਸਾਨੂੰ ਗੁੱਸਾ ਪੈਂਦਾ Do we feel anything about it? ਸਾਨੂੰ ਕੁਝ ਮਹਿਸੂਸ ਹੁੰਦਾ ਉਹਦੇ ਬਾਰੇ 'ਚ Do we passionately tell the gospel to everyone we meet? ਕਿ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਸੁਸਮਾਚਾਰ ਦਿੰਨੇ ਹੈਗੇ ਆ ਜਿਨ੍ਹਾਂ ਨੂੰ ਵੀ ਮਿਲਨੇ ਆ ਅਸੀਂ Why do we hesitate? ਸਾਨੂੰ ਕਿਸ ਚੀਜ਼ ਦੀ ਹੈਜ਼ਿਟੇਸ਼ਨ ਹੈ Do we lack a commitment to God? ਕਿ ਅਸੀਂ ਜਿਹੜਾ ਹੈਗਾ ਪਰਮੇਸ਼ਵਰ ਨੂੰ ਕਮਿਟਮੈਂਟ ਨਹੀਂ ਕਰਦੇ Are we not convinced that they will all go to hell? ਸਾਨੂੰ ਇਸ ਚੀਜ਼ ਦਾ ਨਹੀਂ ਹੈਗਾ ਪੱਕਾ ਕਿ ਵੀ ਉਹ ਸਾਰੇ ਜਿਹੜੇ ਨਰਕ ਜਾਣ ਵਾਲੇ ਨੇ Do we not know on judgment day we will be judged for what we did and what we did not do? ਸਾਨੂੰ ਇਹ ਨਹੀਂ ਪਤਾ ਹੈਗਾ ਕਿ ਨਿਆਂ ਦੇ ਦਿਨ ਵੱਡੇ ਦਿਨ ਜਿਹੜਾ ਹੈਗਾ ਸਾਨੂੰ ਨਿਆਂ ਕੀਤਾ ਜਾਏਗਾ ਕੀ ਅਸੀਂ ਕੀਤਾ ਔਰ ਕੀ ਨਹੀਂ ਕੀਤਾ There will be a list. ਇੱਕ ਲਿਸਟ ਬਣਾਈ God ਜਾਏਗੀ will say this and this and this and this opportunity I gave you, what did you do? ਕਿ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ ਆਇਆ ਓਪਰਚੁਨਿਟੀ ਤੁਸੀਂ ਕੀ ਕੀਤਾ ਉਹਨਾਂ ਦਾ We are witnessing is compulsory, it is not an option. ਲੋਕਾਂ ਨੂੰ ਜਿਹੜਾ ਹੈਗਾ ਗਵਾਹੀ ਦੇਣਾ ਜਿਹੜਾ ਹੈਗਾ ਇਹ ਕੰਪਲਸਰੀ ਹੈਗੀ ਹੈ ਕੋਈ ਇਹ ਨਹੀਂ ਹੈਗਾ ਕਿ ਕਰਨਾ ਔਰ ਨਹੀਂ ਕਰਨਾ ਨਹੀਂ Not because you have to do it, it is because you are constrained by love to do it. ਇਹ ਨਹੀਂ ਕਿ ਵੀ ਤੁਹਾਨੂੰ ਕਰਨਾ ਹੈ ਤਾਂ ਕਰਨਾ ਹੈ ਨਹੀਂ ਇਹ ਤਾਂ ਕਿਉਂਕਿ ਤੁਹਾਡੇ ਦਿਲੋਂ ਜਿਹੜਾ ਹੈਗਾ ਆਂਦਾ ਹੈ ਕਿ ਵੀ ਮੈਂ ਬਚਾਣਾ ਹੈ ਲੋਕਾਂ ਨੂੰ The church has lost the passion for souls these days. ਕਲੀਸਿਆ ਜਿਹੜੀ ਹੈਗੀ ਹੈ ਉਹਨਾਂ ਦੇ ਮਨ ਦੇ ਅੰਦਰ ਜਿਹੜਾ ਹੈਗਾ ਕੋਈ ਤੀਵਰ ਇੱਛਾ ਹੀ ਨਹੀਂ ਹੈਗੀ ਕਿ ਲੋਕਾਂ ਨੂੰ ਬਚਾਣਾ ਹੈ 120 people received the Lord, Holy Spirit, and shook the world. 120 ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਪਵਿੱਤਰ ਆਤਮਾ ਪ੍ਰਦਾਨ ਹੋਇਆ ਔਰ ਉਹਨਾਂ ਨੇ ਪੂਰੇ ਦੁਨੀਆ ਨੂੰ ਹਿਲਾਤਾ 100 maybe thousands of churches in Brampton who have received the Holy Spirit, but we cannot shake 600,000 people. ਹਜ਼ਾਰਾਂ ਲੋਕ ਜਿਹੜੇ ਹੈਗੇ ਬ੍ਰੈਂਪਟਨ ਦੇ ਅੰਦਰ ਉਹਨਾਂ ਨੂੰ ਵੀ ਜਿਹੜਾ ਹੈਗਾ ਪਵਿੱਤਰ ਆਤਮਾ ਮਿਲਿਆ ਲੇਕਿਨ ਅਸੀਂ 6 ਲੱਖ ਲੋਕਾਂ ਨੂੰ ਨਹੀਂ ਹਿਲਾ ਸਕਦੇ The people don't even know that they are under bondage. ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਦਾਸਪੰਥਾਂ 'ਚ ਹੈਗੇ ਨੇ In our spiritual warfare today, the Christian sword has lost the sharpness. ਸਾਡੀ ਜਿਹੜੀ ਰੂਹਾਨੀ ਲੜਾਈ ਹੈ ਉਹਦੇ ਅੰਦਰ ਜਿਹੜੀ ਕਿ ਸਾਡੀ ਤਲਵਾਰ ਜਿਹੜੀ ਹੈ ਉਹਦੀ ਧਾਰ ਢਿੱਲੀ ਹੋ ਗਈ ਹੈ This is no hour for false tears. ਇਹ ਉਹ ਸਮੇਂ ਨਹੀਂ ਹੈਗਾ ਕਿ ਅਸੀਂ ਜਿਹੜਾ ਹੈਗਾ ਗਲਤ ਸਿੱਖਿਆਵਾਂ ਸੁਣੀਏ Half-baked commitments. ਕਿ ਅੱਧੀ ਪਚੱਧੀ ਜਿਹੜਾ ਹੈਗਾ ਦਿਲ ਨੂੰ ਤਿਆਰ ਕਰੀਏ As we walk down the streets today, ਸੜਕਾਂ ਦੇ ਉੱਤੇ ਜਿਸ ਤਰ੍ਹਾਂ ਅੱਜ ਚੱਲਾਂਗੇ ਅਸੀਂ you see temples springing up, ਇੱਧਰ ਉੱਧਰ ਜਿਹੜਾ ਹੈਗਾ ਮੰਦਿਰ ਨਜ਼ਰ ਆਉਂਦੇ mosques springing up, ਮਾਸਕ ਵੀ ਨਜ਼ਰ ਆਉਂਦੀਆਂ ਹੈਗੀਆਂ but it doesn't affect us. ਲੇਕਿਨ ਸਾਨੂੰ ਫਰਕ ਨਹੀਂ ਪੈਂਦਾ We are happy as long as we can go home and have a bed to sleep on. ਅਸੀਂ ਖੁਸ਼ ਹੈਗੇ ਕਿ ਵੀ ਸਰ ਘਰ ਜਾ ਕੇ ਸਾਨੂੰ ਇੱਕ ਬਿਸਤਰਾ ਮਿਲ ਜਾਏ The Bible says, be angry and do not sin. ਬਾਈਬਲ ਅੰਦਰ ਕਿਹਾ ਹੈ ਕਿ ਗੁੱਸਾ ਕਰੋ ਲੇਕਿਨ ਪਾਪ ਨਾ ਕਰੋ But when the believer knows anger, it is a misplaced anger. ਜਦੋਂ ਵਿਸ਼ਵਾਸੀ ਗੁੱਸਾ ਕਰਦਾ ਹੈ ਤੇ ਉਹ ਗਲਤ ਚੀਜ਼ ਦੇ ਉੱਤੇ ਕਰਦਾ ਹੈ Wrong thing to wrong people and wrong place. ਗਲਤ ਚੀਜ਼ ਨੂੰ ਗਲਤ ਲੋਕਾਂ ਨੂੰ ਗਲਤ ਥਾਂ ਤੇ Many times anger is because his ego or her ego is hurt. ਗੁੱਸਾ ਤਾਂ ਆਉਂਦਾ ਹੈ ਕਿਉਂਕਿ ਸਾਡੀ ਜਿਹੜੀ ਈਗੋ ਜਿਹੜੀ ਹਰਟ ਹੁੰਦੀ ਹੈ They're more hurt about their own things than about the souls dying around us.
ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਦੁੱਖ ਹੈਗਾ ਕਿ ਵੀ ਮੈਨੂੰ ਕੋਈ ਮੁਸ਼ਕਿਲ ਨਾ ਆਏ ਬਨਸਪਤ ਕਿ ਵੀ ਇਹ ਸਾਰੀ ਰੂਹਾਂ ਜਿਹੜੀ ਹੈਗੀਆਂ ਜਾਂਦੀਆਂ ਪਈਆਂ ਨਰਕ। You see, thousands are dying and without the gospel. ਹਜ਼ਾਰਾਂ ਲੋਕ ਜਿਹੜੇ ਹੈਗੇ ਮਰਦੇ ਪਏ ਹੈਗੇ ਬਿਨਾਂ ਸੁਸਮਾਚਾਰ ਸੁਣੇ। But we have so many things in church. ਲੇਕਿਨ ਕਲੀਸਿਆ ਦੇ ਅੰਦਰ ਕਿੰਨੀਆਂ ਚੀਜ਼ਾਂ ਹੈਗੀਆਂ ਸਾਡੇ, Gospel movies, ਸੁਸਮਾਚਾਰ ਦੇਖਣ ਵਾਲੀ church ਮੂਵੀਜ਼, membership, ਚਰਚ ਦੀ ਮੈਂਬਰਸ਼ਿਪ, church entertainment. ਐਂਟਰਟੇਨਮੈਂਟ। But you know, when we go on the judgment day, what will the Lord tell us? ਜਦੋਂ ਵੱਡੇ ਨਿਆਂ ਵਾਲੇ ਦਿਨ ਜਾਵਾਂਗੇ ਤੇ ਪ੍ਰਭੂ ਕੀ ਕਹਿਣਗੇ? You see, we have come to a point where the things of God have slowly dimmed out of our lives. ਅਸੀਂ ਉਸ ਥਾਂ ਤੇ ਉੱਤੇ ਪਹੁੰਚ ਗਏ ਹਾਂ ਜਿੱਥੇ ਪਰਮੇਸ਼ਵਰ ਦੀਆਂ ਚੀਜ਼ਾਂ ਜਿਹੜੀ ਹੈਗੀਆਂ ਸਾਡੇ ਜੀਵਨ ਤੋਂ ਧੀਰੇ ਧੀਰੇ ਕਰਕੇ ਜਿਹੜਾ ਹੈਗਾ ਹਟ ਗਈਆਂ। You see, it is madness to give aspirin to a cancer patient ਇਹ ਪਾਗਲਪਨ ਹੈਗਾ ਕਿ ਤੁਸੀਂ ਐਸਪਰਿਨ ਦੀ ਗੋਲੀ ਜਿਹੜੀ ਹੈਗੀ ਕੈਂਸਰ ਪੇਸ਼ੈਂਟ ਨੂੰ ਦਿਓ and lying to the patient that it will cure him. ਔਰ ਉਹਨੂੰ ਝੂਠ ਬੋਲ ਦਿਓ ਕਿ ਹਾਂ ਵੀ ਇਹਦੇ ਨਾਲ ਤੂੰ ਠੀਕ ਹੋ ਜਾਏਗਾ। It is equally criminal for us to not give the word of God to people who are suffering, who are under this bondage, and not give the gospel. ਉਸੇ ਤਰ੍ਹਾਂ ਜਿਹੜਾ ਹੈਗਾ ਕਿ ਇਹ ਘੋਰ ਅਨਿਆਏ ਹੈਗਾ ਕਿ ਅਸੀਂ ਲੋਕ ਜਿਹੜਾ ਨਰਕ ਨੂੰ ਜਾਂਦੇ ਪਏ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਸੁਸਮਾਚਾਰ ਨਾ ਦਈਏ। Ours is not even like Paul's situation. ਸਾਡੀ ਜਿਹੜੀ ਕਿ ਕੋਈ ਗਲਤ ਸਿਚੁਏਸ਼ਨ ਜਿਸ ਤਰ੍ਹਾਂ ਪਹਿਲਾਂ ਉਦਾਹਰਨ ਸੀ ਉਸ ਤਰ੍ਹਾਂ ਵੀ ਨਹੀਂ ਹੈਗੀ। We are even more terrible situation. ਇਹ ਤੋਂ ਵੀ ਜ਼ਿਆਦਾ ਜਿਹੜੇ ਕਿ ਬੱਤਰ ਜਗ੍ਹਾ ਹੈਗੀ ਹੈ। We have pulled down the old altars of Jehovah and created our own altars now. ਅਸੀਂ ਉਹ ਵੇਦੀਆਂ ਜਿਹੜੇ ਹੈਗੀਆਂ ਪ੍ਰਭੂ ਦੀਆਂ ਉਹਨਾਂ ਨੂੰ ਥੱਲੇ ਉਤਾਰ ਕੇ ਅਸੀਂ ਆਪਣੀ ਖੁਦ ਦੀ ਵੇਦੀਆਂ ਬਣਾਤੀਆਂ। Our own self, our possessions, ਖੁਦ ਆਪਣੇ ਆਪ ਨੂੰ ਔਰ ਸਾਡੀ ਆਪਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ, about our children, about our family, everything else which exalts above God. ਆਪਣੇ ਪਰਿਵਾਰ, ਆਪਣੇ ਕਾਰੋਬਾਰ, ਆਪਣੇ ਬੱਚੇ ਜਿਹੜੇ ਹੈਗੇ ਸਾਰੀਆਂ ਚੀਜ਼ਾਂ ਪਰਮੇਸ਼ਵਰ ਤੋਂ ਉੱਪਰ। Recently, Canada, our country, has brought numerous changes. ਕੈਨੇਡਾ ਸਾਡੀ ਕੰਟਰੀ ਨੇ ਜਿਹੜਾ ਹੈਗਾ ਬੜੇ ਬਦਲਾਵ ਲਿਆਏ ਹੈਗੇ। Changes in genders, changes in lifestyles, changes in education. ਜੈਂਡਰ ਦੇ ਅੰਦਰ ਜਿਹੜਾ ਹੈਗਾ, ਲਾਈਫ ਸਟਾਈਲ ਦੇ ਅੰਦਰ ਜਿਹੜਾ ਹੈਗਾ, ਐਜੂਕੇਸ਼ਨ ਦੇ ਅੰਦਰ ਬਾਰੇ ਬੜੇ ਚੇਂਜਸ ਆਏ। Where is the anger? ਕਿੱਥੇ ਹੈ ਗੁੱਸਾ? I am not saying that you have to go and do rallies. That is not the way Christian protests. ਮੈਂ ਕਹਿੰਦਾ ਕਿ ਰੈਲੀ ਨਹੀਂ ਕਰਨੀ ਹੈਗੀ, ਇਸ ਤਰ੍ਹਾਂ ਨਹੀਂ ਕਰਦੇ ਮਸੀਹ ਲੋਕ। We have to fight on our knees. ਸਾਨੂੰ ਜਿਹੜਾ ਹੈਗਾ ਆਪਣੇ ਘੁਟਨਾਂ ਦੇ ਉੱਤੇ ਲੜਾਈ Where ਕਰਨੀ is ਹੈ। the request? Where is the desire? Come, my dear people, let us gather together and fight this on our knees. ਇਹ ਕਿੱਥੇ ਹੈਗੀ ਹੈ ਤੀਵਰ ਇੱਛਾ ਕਿ ਵੀ ਅਸੀਂ ਇਕੱਠੇ ਹੋ ਕੇ ਜਿਹੜਾ ਹੈਗਾ ਘੁਟਨਾਂ ਦੇ ਉੱਤੇ ਜਿਹੜਾ ਹੈਗਾ ਇਹ ਲੜਾਈ ਲੜੀਏ। There are no Bibles in our schools. ਸਾਡੇ ਸਕੂਲਾਂ ਦੇ ਅੰਦਰ ਬਾਈਬਲ ਕੋਈ ਨਹੀਂ No ਹੈਗੀ, prayer. ਕੋਈ ਪ੍ਰਾਰਥਨਾ ਨਹੀਂ, No reference to Christmas, Easter or any Christian holidays. ਕੋਈ ਵੀ ਜਿਹੜਾ ਹੈਗਾ ਮਸੀਹ ਦੇ ਨਾਂ ਤੇ ਜਿਹੜੀ ਛੁੱਟੀਆਂ ਹੈਗੀਆਂ ਉਹਨਾਂ ਦੇ ਮਸੀਹ ਦਾ ਨਾਂ ਨਹੀਂ ਪਾਣਾ ਚਾਹੁੰਦੇ। It is time for revival of God's word ਇੱਥੇ ਹੈਗਾ ਕਿ ਪਰਮੇਸ਼ਵਰ ਦੇ ਵਚਨ ਦਾ ਰਿਵਾਈਵਲ ਆਵੇ and all consuming anger against the devil. ਔਰ ਤੀਵਰ ਇੱਛਾ ਹੋਵੇ ਸ਼ੈਤਾਨ ਦੇ ਵਿਰੁੱਧ। The second evidence of revival is a heartbreaking repentance. ਔਰ ਦੂਜਾ ਜਿਹੜਾ ਹੈਗਾ ਰਿਵਾਈਵਲ ਆਉਣ ਦਾ ਜਿਹੜਾ ਹੈਗਾ ਐਵੀਡੈਂਸ ਹੈਗਾ ਉਹ ਹੈ ਕਿ ਵੀ ਤੁਹਾਨੂੰ ਜਿਹੜਾ ਹੈਗਾ ਮਨ ਦੇ ਨਾਲ ਜਿਹੜਾ ਹੈਗਾ ਤੁਸੀਂ ਪਛਤਾਤਾਪ ਕਰੋ ਤੁਸੀਂ। And you see, when after Ezra read it for 6 hours, what happened? Nehemiah 8:6. ਨehemiah 8:6 ਦੇ ਅੰਦਰ ਦੇਖਨੇ ਕਿ 6 ਘੰਟੇ ਪੜਨ ਦੇ ਬਾਅਦ ਜਿਹੜਾ ਹੈਗਾ ਕੀ ਹੋਇਆ। And Ezra blessed the Lord, the great God, and all the people answered, Amen. And lifting up their hands, they bowed their heads and worshipped the Lord with their faces to the ground. I'm going to continue to read verse by verse. 8:6 first. तब एजरा ने महान परमेश्वर यहोवा को धन्य कहा और सब लोगों ने अपने हाथ उठाकर आमीन आमीन कहा और सिर झुकाकर अपना अपना माथा भूमि पर टेक कर यहोवा को दंडवत किया। Then the verse 8, so they read in the book in the law of God distinctly and gave the sense and caused them to understand the reading. और उन्होंने परमेश्वर की व्यवस्था की पुस्तक से पढ़कर अर्थ समझा दिया और लोगों को पाठ को समझ लिया। The second part of 9th verse says, for all the people wept when they heard the words of the law. नehemiah 8:9 ਦੇ ਅੰਦਰ ਲਿਖਾ ਹੈ क्योंकि सब लोग व्यवस्था के वचन सुनकर रोते रहे। First reaction, they loved the word.
ਪਹਿਲਾਂ ਅਸੀਂ ਦੇਖਿਆ ਕਿ ਪਰਮੇਸ਼ਵਰ ਦਾ ਵਚਨ ਉਹਨਾਂ ਨੇ ਪਿਆਰ ਕੀਤਾ, and then the word of God brought them on their knees. ਫਿਰ ਪਰਮੇਸ਼ਵਰ ਦੇ ਵਚਨ ਨੇ ਉਹਨਾਂ ਨੂੰ ਆਪਣੇ ਘੁਟਨਿਆਂ ਦੇ ਉੱਤੇ ਲੈ ਕੇ True ਆਏ। repentance is conviction by God's word. ਸੱਚਾ ਪਛਤਾਤਾਪ ਜਿਹੜਾ ਹੈਗਾ ਉਹ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਆਉਂਦਾ ਹੈ। They bowed low before God ਉਹਨਾਂ ਨੇ ਸਾਰਾ ਜਿਹੜੇ ਦੰਡਵਤ ਕੀਤਾ ਪਰਮੇਸ਼ਵਰ ਦੇ and ਸਾਹਮਣੇ worshiped the Lord, ਔਰ ਆਰਾਧਨਾ ਕੀਤੀ ਉਹਨਾਂ ਨੇ, and they were weeping at the word of God. ਔਰ ਪਰਮੇਸ਼ਵਰ ਦੇ ਵਚਨ ਸੁਣ ਕੇ ਰੋਂਦੇ ਪਏ ਸੀ। They trembled at God's word and took it to heart and repented. ਪਰਮੇਸ਼ਵਰ ਦਾ ਵਚਨ ਸੁਣ ਕੇ ਥਰਥਰਾਉਂਦੇ ਪਏ ਹੈਗੇ ਸੀ, ਦਿਲ ਨੂੰ ਲੈ ਕੇ ਗਏ। Jeremiah 23:29, the word of God is powerful. Is not my word like as a fire, saith the Lord, and like a hammer that breaketh the rock in pieces. ਯਰਮਿਆ 23:29 ਲਿਖਿਆ ਹੈ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਅੱਗ ਵਕਨ ਹੈਗਾ, ਔਰ ਹਥੋੜੇ ਵਕਨ ਜਿਹੜਾ ਹੈਗਾ ਉਹ ਤੋੜੇ ਪੱਥਰ ਨੂੰ ਛੋਟੇ ਛੋਟੇ ਪੀਸ ਕਰ ਦਿੰਦਾ। A solution to hard-hearted Christians. ਜਿਹੜੇ ਦਿਲ ਕਠੋਰ ਕਰ ਚੁੱਕੇ ਹੈਗੇ ਮਸੀਹ, ਉਹਨਾਂ ਦੇ ਵਾਸਤੇ ਕੀ ਉੱਤਰ ਹੈ? But God's hammer only works when you submit yourself to God. ਲੇਕਿਨ ਪਰਮੇਸ਼ਵਰ ਦਾ ਹਥੋੜਾ ਤਾਂ ਹੀ ਕੰਮ ਕਰਦਾ ਹੈਗਾ ਜਦੋਂ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਪਰਮੇਸ਼ਵਰ ਦੇ ਸਾਹਮਣੇ ਅਧੀਨ ਕਰੋ। When the Holy Ghost revival comes, ਜਦੋਂ ਪਵਿੱਤਰ ਆਤਮਾ ਦਾ ਰਿਵਾਈਵਲ ਆਉਂਦਾ, Christians don't hold grudges. ਮਸੀਹ ਲੋਕ ਜਿਹੜਾ ਹੈਗਾ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਨਾਰਾਜ਼ ਨਹੀਂ ਰਹਿੰਦੇ, They don't gossip or backbite. ਇੱਕ ਦੂਜੇ ਦੀ ਜਿਹੜੀ ਹੈਗੀ ਉਹ ਚੁਗਲੀ ਨਹੀਂ ਕਰਦੇ ਹੈਗੇ। They don't sit around in the sofas and watch TV. ਸੋਫਾ ਦੇ ਉੱਤੇ ਬਹਿ ਕੇ ਸਾਰਾ ਟਾਈਮ ਟੀਵੀ ਨਹੀਂ ਦੇਖਦੇ They ਰਹਿੰਦੇ, are on their face before God weeping, ਆਪਣੇ ਚਿਹਰੇ ਦੇ ਨਾਲ ਜਿਹੜਾ ਹੈਗਾ ਪਰਮੇਸ਼ਵਰ ਦੇ ਸਾਹਮਣੇ ਰੋਂਦੇ ਨੇ, because God's word has convicted them. ਕਿਉਂਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਉਹਨਾਂ ਨੂੰ ਝਕਝੋਰ ਦਿੰਦਾ ਹੈ। They are convicted of their hardness of heart. ਉਹਨਾਂ ਨੂੰ ਸਮਝ ਆਉਂਦੀ ਹੈਗੀ ਕਿ ਉਹਨਾਂ ਦਾ ਦਿਲ ਕਿਸ ਤਰ੍ਹਾਂ ਕਠੋਰ ਹੋਇਆ ਦਾ ਸੀ। You see that this brings us to the third sign of revival. ਇਹ ਤੀਜਾ ਚਿੰਨ੍ਹ ਜਿਹੜਾ ਹੈਗਾ ਰਿਵਾਈਵਲ ਦਾ ਹੈਗਾ ਹੁਣ, An incredible spirit of joy and celebration. ਔਰ ਇਸ ਤਰ੍ਹਾਂ ਦਾ ਆਤਮਾ ਜੋ ਖੁਸ਼ੀ ਜਿਹੜਾ ਹੈਗਾ ਤੁਹਾਡੇ ਦਿਲ ਦੇ ਅੰਦਰ ਪਾ ਦੇਵੇ। You see, I remember now, Psalm 30 Psalm and verse 5 says, weeping may endure for a night, but joy cometh in the morning. ਭਜਨ ਸੰਹਿਤਾ 30 ਦੇ ਅੰਦਰ ਲਿਖਿਆ ਹੈਗਾ ਕਿ ਹੋ ਸਕਦਾ ਹੈ ਰੋਣਾ ਜਿਹੜਾ ਹੈਗਾ ਰਾਤ ਪਰ ਚੱਲੇ, ਲੇਕਿਨ ਸਵੇਰੇ ਜਿਹੜਾ ਹੈਗਾ ਹਰਸ਼ ਉਲਾਸ ਆ ਜਾਂਦਾ ਹੈਗਾ। Happiness comes from the world. ਖੁਸ਼ੀ ਜਿਹੜੀ ਹੈਗੀ ਹੈ ਵਚਨ ਤੋਂ ਆਉਂਦੀ ਹੈ, ਨਹੀਂ ਦੁਨੀਆ ਸੇ ਆਂਦੀ, ਦੁਨੀਆ ਤੋਂ ਆਉਂਦੀ ਹੈਗੀ ਹੈ, but joy comes from the Lord. ਹਰਸ਼ ਜਿਹੜਾ ਹੈਗਾ ਉਹ ਸਿਰਫ ਪਰਮੇਸ਼ਵਰ ਕੋਲੋਂ ਆਉਂਦਾ ਹੈ। You have to understand the difference between happiness and joy. ਤੁਹਾਨੂੰ ਖੁਸ਼ੀ ਔਰ ਹਰਸ਼ ਦੇ ਵਿੱਚ ਅੰਤਰ ਜਾਣਨਾ ਜ਼ਰੂਰੀ ਹੈ। Happiness is dependent on circumstances, ਖੁਸ਼ੀ ਜਿਹੜੀ ਹੈਗੀ ਹੈ ਤੁਹਾਡੇ ਸਿਚੁਏਸ਼ਨ ਦੇ ਉੱਤੇ ਡਿਪੈਂਡ ਕਰਦੀ ਹੈ, but joy is an ever-flowing fountain which comes from the Holy Spirit. ਲੇਕਿਨ ਹਰਸ਼ ਜਿਹੜਾ ਹੈਗਾ ਉਹ ਫੁਹਾਰਾ ਹੈਗਾ ਜਿਹੜਾ ਪਵਿੱਤਰ ਆਤਮਾ ਕੋਲੋਂ ਆਉਂਦਾ। So what happened with these people? ਇਹ ਲੋਕਾਂ ਦੇ ਨਾਲ ਕੀ ਹੋਇਆ? Nehemiah 8, 10 and 11. ਨehemiah 8 10 ਔਰ 11। Then he said unto them, go your way, eat the fat, drink the sweet, and send portion unto them, for whom nothing is prepared. For this day is holy unto our Lord. Neither be ye sorry, for the joy of the Lord is your strength. So the Levites stilled all the people, saying, hold your peace, for this day is holy, neither be ye grieved. फिर उसने उनसे कहा कि जाकर चिकना चिकना भोजन करो और मीठा मीठा रस पियो, और जिनके लिए कुछ तैयार नहीं हुआ उनके पास बना के भेजो, क्योंकि आज का दिन हमारे प्रभु के लिए पवित्र है, और उदास मत रहो क्योंकि यहोवा का आनंद तुम्हारा दृढ़ गढ़ है। Where the love of God is restored, ਜਿੱਥੇ ਪਰਮੇਸ਼ਵਰ ਦਾ ਪਵਿੱਤਰ ਪਿਆਰ ਜਿਹੜਾ ਤੁਹਾਡੇ ਦਿਲ 'ਚ ਆ ਜਾਂਦਾ ਹੈ, repentance has resulted from it. ਔਰ ਉਹਦੇ ਕਾਰਨ ਤੁਸੀਂ ਜਿਹੜਾ ਹੈਗਾ ਪਛਤਾਤਾਪ ਕਰਦੇ ਹੋ, There has been a self-mortification of sin. ਔਰ ਆਪਣੇ ਪਾਪ ਨੂੰ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਮਾਰਦੇ ਹੈਗੇ ਹੋ। It comes a joy which you cannot describe. ਦਿਲ ਦੇ ਅੰਦਰ ਇਸ ਤਰ੍ਹਾਂ ਹਰਸ਼ ਆਉਂਦਾ ਜਿਹਨੂੰ ਤੁਸੀਂ ਜਿਹੜਾ ਹੈਗਾ ਵਰਣਨ ਨਹੀਂ ਕਰ ਸਕਦੇ। Coming from the background I came to the Lord at one point. ਮੈਂ ਜਿਹੜਾ ਹੈਗਾ ਜਿਸ ਬੈਕਗ੍ਰਾਉਂਡ ਤੋਂ ਆਇਆ ਹੈਗਾ ਪਰਮੇਸ਼ਵਰ ਦੇ ਕੋਲ ਪਹੁੰਚਿਆ ਮੈਂ। I wept all night about my sin. ਮੈਂ ਸਾਰੀ ਰਾਤ ਜਿਹੜਾ ਹੈਗਾ ਆਪਣੇ ਪਾਪਾਂ ਵਾਸਤੇ ਰੋਇਆ। The morning looked like a new day. ਦਿਨ ਜਿਹੜਾ ਹੈਗਾ ਇੱਕਦਮ ਨਵਾਂ ਦਿਨ ਬਣ ਗਿਆ। The same trees outside my window looked brighter and beautiful.
ਉਹੀ ਦਰਖਤ ਜਿਹੜਾ ਮੇਰੇ ਖਿੜਕੀ ਦੇ ਬਾਹਰ ਹੈਗਾ ਸੀ ਉਹ ਮੈਨੂੰ ਜ਼ਿਆਦਾ ਅੱਛਾ ਲੱਗਣਾ ਸ਼ੁਰੂ ਹੋ ਗਿਆ Joy was overflowing. ਹਰਸ਼ ਜਿਹੜਾ ਹੈਗਾ ਮੇਰੇ ਦਿਲੋਂ ਨਿਕਲਦਾ ਪਿਆ ਸੀ There is a kind of false joy and celebration in the land today. ਅੱਜ ਕੱਲ੍ਹ ਜਿਹੜਾ ਹੈਗਾ ਗਲਤ ਜਿਹੜਾ ਹੈਗਾ ਹਰਸ਼ ਲੋਕੀ ਸੈਲੀਬ੍ਰੇਟ ਕਰਦੇ Dancing around the golden calf. ਗੋਲਡਨ ਕੈਫ ਦੇ ਅੱਗੇ ਪਿੱਛੇ ਜਿਹੜਾ ਹਰਸ਼ ਮਨਾਣਾ We need to know we need to know that we need to have the discernment to know the difference between happiness and joy. ਸਾਨੂੰ ਜਿਹੜਾ ਹੈਗਾ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈਗਾ ਖੁਸ਼ੀ ਔਰ ਹਰਸ਼ ਦੇ ਵਿੱਚ ਜਾਣਨਾ ਅੰਤਰ ਜ਼ਰੂਰੀ ਹੈ Moses and Joshua heard the singing on top of the mountain. ਮੂਸਾ ਔਰ ਜਾਸ਼ੂਆ ਨੇ ਜਿਹੜਾ ਹੈਗਾ ਪਹਾੜ ਤੋਂ ਜਿਹੜਾ ਹੈਗਾ ਸੁਣਾਈ ਦੇਤੀ ਉਹਨਾਂ ਨੂੰ ਗਾਣ ਦੀ ਆਵਾਜ਼ਾਂ Joshua thought it is a celebration of joy. ਜਾਸ਼ੂਆ ਨੂੰ ਲੱਗਿਆ ਕਿ ਇਹ ਜਿਹੜਾ ਹੈਗਾ ਹਰਸ਼ ਦਾ ਜਿਹੜਾ ਹੈਗਾ ਸੈਲੀਬ੍ਰੇਸ਼ਨ ਹੈਗਾ But what did Moses hear? ਲੇਕਿਨ ਮੂਸਾ ਨੂੰ ਕੀ ਸੁਣਾਈ ਦਿੱਤਾ Exodus 32:18. ਨਿਰਗਮਨ 32 ਦਾ 18 And he said, it is not the voice of them that shout for mastery, neither is it the voice of them that cry for being overcome, but the noise of them that sing do I hear. उसने कहा वह जो शब्द है वह ना तो जीतने वालों का है और ना हारने वालों का मुझे तो गाने का शब्द सुन पड़ता है They were shouting and singing, and Moses knew it was of the flesh. ਉਹ ਲੋਕ ਜਿਹੜਾ ਹੈਗਾ ਚਿਕਦੇ ਚਲਾਉਂਦੇ ਪਏ ਸੀ ਗਾਣਾ ਗਾਉਂਦੇ ਪਏ ਸੀ ਤੇ ਉਹਨਾਂ ਨੂੰ ਮੂਸਾ ਨੂੰ ਪਤਾ ਚੱਲ ਗਿਆ ਕਿ ਇਹ ਸ਼ਾਰੀਰਿਕ ਚੀਜ਼ ਹੈਗੀ ਹੈ He knew they were a stiff-necked people. ਉਹਨੂੰ ਪਤਾ ਹੈਗਾ ਸੀ ਕਿ ਉਹਨਾਂ ਦੇ ਦਿਲ ਕਠੋਰ ਹੈਗੇ ਨੇ Shout of idolatry. ਕਿ ਮੂਰਤੀ ਪੂਜਨ ਦਾ ਕੰਮ ਕਰਦੇ ਪਏ Christians can be discerned today. ਮਸੀਹ ਲੋਕ ਜਿਹੜਾ ਹੈਗਾ ਉਹ ਇਸ ਤਰ੍ਹਾਂ ਧੋਖੇਧੜੀ 'ਚ ਵੀ ਆ ਸਕਦੇ ਹੈਗੇ If there is no preaching to convict sin, ਜੇ ਇਸ ਤਰ੍ਹਾਂ ਦੀ ਸਿੱਖਿਆ ਕੋਈ ਨਹੀਂ ਹੈਗੀ ਜਿਹਦੇ ਅੰਦਰ ਤੁਹਾਡੇ ਪਾਪ ਨੂੰ ਦਰਸਾਇਆ if ਜਾਵੇ there is no weeping with the faces to the ground, ਜੇ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਜਿਹੜਾ ਹੈਗਾ ਰੋਂਦੇ ਨਹੀਂ ਪਏ if there is no love for God's word, ਪਰਮੇਸ਼ਵਰ ਦੇ ਵਚਨ ਵਾਸਤੇ ਜੇ ਪਿਆਰ ਨਹੀਂ if there is no repentance, ਜੇ ਕੋਈ ਪਛਤਾਵਾ ਨਹੀਂ then it is not a spiritual shout. ਉਹ ਜਿਹੜਾ ਹੈਗਾ ਰੂਹਾਨੀ ਸ਼ੋਰ ਨਹੀਂ ਹੈਗਾ It's not a godly song. ਇਹ ਪਰਮੇਸ਼ਵਰ ਦਾ ਗਾਣਾ ਨਹੀਂ ਹੈ Be careful, we may be caught up in the spirit of idolatry. ਸਤਰਕ ਰਹੋ ਕਿ ਅਸੀਂ ਜਿਹੜਾ ਹੈਗਾ ਮੂਰਤੀ ਪੂਜਨ ਦੇ ਆਤਮਾ 'ਚ ਤੇ ਨਹੀਂ ਹੈਗੇ Why was there so much joy in Nehemiah's time? ਨੇਮਾ ਦੇ ਸਮੇਂ ਜਿਹੜਾ ਹੈਗਾ ਇੰਨਾ ਹਰਸ਼ ਕਿਉਂ ਹੈਗਾ ਸੀ Because it says in Nehemiah 8:12, the second portion, they had great happiness because they understood the words that were declared to them. After repentance, there was joy. नेमा 8:12 के अंदर लिखा है उन्हें बहुत खुशी हुई क्योंकि वे उन शब्दों को समझ गए थे जो उन्हें घोषित किए गए थे In other words, they discerned and took it to heart and they obeyed. उन्होंने ਜਿਹੜਾ ਹੈਗਾ ਸਮਝਿਆ ਉਹਨਾਂ ਨੂੰ ਜਿਹੜਾ ਹੈਗਾ ਔਰ ਦਿਲ ਚ ਨੂੰ ਲੈ ਕੇ ਗਏ ਔਰ ਉਹਦਾ ਜਿਹੜਾ ਹੈਗਾ ਪਾਲਨ ਕੀਤਾ Now we come to the fourth evidence of revival. ਔਰ ਅਸੀਂ ਜਿਹੜਾ ਹੈਗਾ ਚੌਥਾ ਐਵੀਡੈਂਸ ਲੈਂਦੇ ਹਾਂ ਰਿਵਾਈਵਲ ਦਾ Okay, now this is, you have to listen carefully to me. ਧਿਆਨ ਨਾਲ ਸੁਣੋ ਜਿਹੜਾ The fourth evidence of revival is a booth on your roof. ਚੌਥਾ ਜਿਹੜਾ ਹੈਗਾ ਰਿਵਾਈਵਲ ਜਿਹੜਾ ਹੈਗਾ ਉਹ ਹੈਗਾ ਕਿ ਤੁਹਾਡੀ ਛੱਤ ਦੇ ਉੱਤੇ ਜਿਹੜਾ ਹੈਗਾ ਬੂਥ ਹੋਵੇ Okay, read Nehemiah 8:14. And they found written in the law which the Lord had commanded by Moses that the children of Israel should dwell in booths in the feast of the 7th month. और उन्हें व्यवस्था में यह लिखा हुआ मिला कि यहोवा ने मूसा से यह आज्ञा दिलाई थी कि इस्राएली 7वें महीने के पर्व के समय झोपड़ियों में रहा करें And 16th verse says, so the people went forth, brought them, made themselves booths, everyone on the roof of his house and in their courts and in the courts of the house of God and in the street of the water gate and in the street of the gate of Ephraim. So सब लोग बाहर जाकर डालियां ले आए और अपने घर की छत पर और अपने आंगनों में और परमेश्वर के भवन के आंगन में और जल फाटक के चौक में और एफ्रेम के फाटक के चौक में झोपड़ियां बना ली The word of God was restored. परमेश्वर ਦਾ ਵਚਨ ਜਿਹੜਾ ਹੈਗਾ ਸਥਾਪਿਤ ਕਰ ਦਿੱਤਾ ਗਿਆ Repentance was evident. ਪਛਤਾਵਾ ਜਿਹੜਾ ਹੈਗਾ ਨਜ਼ਰ ਆਉਂਦਾ ਪਿਆ ਸੀ Obedience was genuine. ਔਰ ਆਗਿਆਕਾਰੀਤਾ ਵੀ ਜਿਹੜੀ ਹੈਗੀ ਹੈ ਦਿਲੋਂ ਸੀ The joy of the Lord had become their strength. ਪਰਮੇਸ਼ਵਰ ਦਾ ਹਰਸ਼ ਜਿਹੜਾ ਹੈਗਾ ਉਹਨਾਂ ਦੀ ਸ਼ਕਤੀ ਬਣ ਗਿਆ ਸੀ Something still missing. ਕੋਈ ਚੀਜ਼ ਫਿਰ ਵੀ ਜਿਹੜੀ ਹੈਗੀ ਨਹੀਂ ਹੈਗੀ ਸੀ Booths. ਝੋਪੜੀਆਂ There is no fullness of revival till we establish these booths. ਔਰ ਰਿਵਾਈਵਲ ਜਿਹੜਾ ਹੈਗਾ ਪੂਰਨ ਨਹੀਂ ਹੁੰਦਾ ਜਦ ਤੱਕ ਇਹ ਝੋਪੜੀਆਂ ਨਹੀਂ ਬਣਦੀਆਂ I'm
intriguing you. I'm trying to make you curious. What are these booths? ਮੈਂ ਤੁਹਾਨੂੰ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਹੈਗਾ ਕਿ ਤੁਸੀਂ ਸੋਚੋ ਕਿ ਵੀ ਇਹ ਝੋਪੜੀਆਂ ਕੀ ਹੈਗੀਆਂ। They searched the scriptures to see what the Lord wanted them to obey. ਉਹਨਾਂ ਨੇ ਜਿਹੜਾ ਹੈਗਾ ਲੱਭਿਆ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਦੇ ਅੰਦਰ ਕਿ ਵੀ ਪਰਮੇਸ਼ਵਰ ਕੀ ਚਾਹੁੰਦੇ ਉਹਨਾਂ ਨੂੰ ਕਰਨ They found ਵਾਸਤੇ, something which the Lord had commanded, the Feast of Tabernacles. ਕਿ ਉਹਨਾਂ ਨੇ ਦੇਖਿਆ ਕਿ ਪਰਮੇਸ਼ਵਰ ਜੋ ਆਗਿਆ ਉਹਨਾਂ ਨੇ ਦਿੱਤੀ ਹੈਗੀ ਸੀ ਉਹ ਫੀਸਟ ਆਫ ਟੈਬਰਨੈਕਲ You'll ਜਿਹੜਾ find ਹੈ that in Leviticus 23. ਲਵਿਟਿਕਸ 23 ਚ ਨਜ਼ਰ ਆਉਂਦਾ ਹੈ। For ਉਹ 7 days, God's people had to erect a temporary shelter. 7 ਦਿਨ ਵਾਸਤੇ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਟੈਂਪਰੇਰੀ ਜਿਹੜੀ ਹੈਗੀ ਹੈ ਜਗ੍ਹਾ ਥਾਂ ਰਹਿਣ ਵਾਸਤੇ ਬਣਾਉਣੀ ਸੀ। In Hebrew, it is called Sukkot. ਹਿਬਰੂ ਭਾਸ਼ਾ ਦੇ ਅੰਦਰ ਜਿਹੜਾ ਨੂੰ ਸੁਖੋਤ ਕਹਿੰਦੇ ਨੇ। It was to be made up of roof of branches from the trees which were around them. ਕਿ ਜੋ ਆਲੇ ਦੁਆਲੇ ਜਿਹੜੇ ਹੈਗੇ ਦਰਖਤ ਹੈਗੇ ਸੀ ਉਹਨਾਂ ਦੇ ਪੱਤਿਆਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਘਰ ਬਣਾਉਣਾ ਸੀ। They were commanded to live in it for 7 days. ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਇਹੋ ਜਿਹੇ ਘਰਾਂ ਦੇ ਅੰਦਰ ਜਿਹੜਾ ਹੈਗਾ 7 ਦਿਨ ਚ ਰਹੋ। Even today, if you go to New York, where the Jews live, where the traditional Jews live, you will find that during this end of September, that time, you'll find that every house has a booth in their homes. ਅੱਜ ਦੀ ਤਾਰੀਖ ਦੇ ਅੰਦਰ ਜਿਹੜਾ ਹੈਗਾ ਨਿਊਯਾਰਕ ਦੇ ਅੰਦਰ ਜਿੱਥੇ ਯਹੂਦੀ ਲੋਕ ਕਾਫੀ ਰਹਿੰਦੇ ਹੈਗੇ ਤੁਸੀਂ ਜਾ ਕੇ ਦੇਖੋਗੇ ਕਿ ਸਤੰਬਰ ਦੇ ਐਂਡ ਦੇ ਜਿਹੜਾ ਹੈ ਆਪਣੇ ਘਰਾਂ ਦੇ ਅੰਦਰ ਇਸ ਤਰ੍ਹਾਂ ਦੀ ਝੋਪੜੀਆਂ ਬਣਾਉਂਦੇ ਨੇ। Living in the hut signifies one single thing. ਝੋਪੜੀਆਂ ਦੇ ਅੰਦਰ ਰਹਿਣ ਦਾ ਜਿਹੜਾ ਹੈਗਾ ਇੱਕ ਅਰਥ ਹੈ ਸਿਰਫ We are just passing through in this world. ਕਿ ਅਸੀਂ ਇਸ ਦੁਨੀਆ ਤੋਂ ਸਿਰਫ ਨਿਕਲਦੇ ਪਏ ਹੈਗੇ ਹਾਂ। We must not be involved or entangled in the affairs of this earth. ਸਾਨੂੰ ਜਿਹੜਾ ਹੈਗਾ ਇਹ ਦੁਨਿਆਵੀ ਚੀਜ਼ਾਂ ਦੇ ਨਾਲ ਹੀ ਨਹੀਂ ਬਨ ਕੇ ਰਹਿ ਜਾਣਾ। You see, Nehemiah made a proclamation. ਨehemiah ਨੇ ਜਿਹੜਾ ਹੈ ਇੱਕ ਚੀਜ਼ ਘੋਸ਼ਣਾ ਕਰਤੀ Go and bring all these branches and build these booths. ਕਿ ਟਹਿਣੀਆਂ ਲੈ ਕੇ ਆਓ ਔਰ ਝੋਪੜੀਆਂ ਬਣਾਓ। In 7 days of gladness. 7 ਦਿਨ ਦਾ ਜਿਹੜਾ ਹੈਗਾ ਹਰਸ਼ੋਉਲਾਸ। In fact, the word of God says when you build those booths, don't be depressed that you are without media, you are without home, without anything, you are sitting in the small hut, but you have to rejoice in the Lord. ਕਿ ਪਰਮੇਸ਼ਵਰ ਨੇ ਆਦੇਸ਼ ਦਿੱਤਾ ਹੈਗਾ ਸੀ ਕਿ ਜਦੋਂ ਤੁਸੀਂ ਇਹੋ ਜਿਹੀ ਝੋਪੜੀਆਂ ਦੇ ਅੰਦਰ ਰਹੋਗੇ ਤਾਂ ਤੁਸੀਂ ਇਹ ਚੀਜ਼ ਨਾ ਸੋਚੋ ਕਿ ਵੀ ਮੇਰੇ ਕੋਲ ਇਹ ਨਹੀਂ ਮੇਰੇ ਕੋਲ ਉਹ ਨਹੀਂ, ਲੇਕਿਨ ਖੁਸ਼ ਹੋ, ਤੁਸੀਂ ਹਰਸ਼ਿਤ ਹੋਵੋ। Leviticus 23:40 says, rejoice before the Lord your God the 7 days. ਕਿ Leviticus 23:40. लेविटिकस 23:40 के अंदर लिखा है कि और पहले दिन में तुम अपने अच्छे अच्छे वृक्षों की उपज और खजूर के पत्तों और घने वृक्षों की डालियों और नालों में के मजून लेके आओ और परमेश्वर यहोवा के सामने 7 दिन तक आनंद करो। Today there is a lot being taught about Feast of Tabernacles. आजकल जो है फीस्ट ऑफ टैबरनेकल के बारे में बड़ा कुछ किया गया है। Many people have preached that the church is entering a time of harvest. कई जुड़े गए लोग शिक्षाएं देते पे है कि कलीसिया जुड़े गए एंटर करते पे है कि जिसके अंदर हार्वेस्ट बहुत होएगा। A gathering of corn and wine. भुट्टे और वाइन का जोड़ा इकट्ठा होना शुरू होएगा। Time of blessing. बड़ियां आशीषां आनगियां। What is missing is the message of the Sukkot. जो चीज़ मिसिंग हैगी है वो हैगा संदेश सुकोत दा। So what does Sukkot mean for us today? सुकोत दा अर्थ आज दी तारीख दे अंदर की हैगा? What does it have an application to us believers? कि असी विश्वासियां नु जो हैगा ये किस तरह अप्लाई कर दिया है? I think 7 days is of course God's number, but also it refers to our 70 years on this earth, which is the average age. ਕਿ 7 ਜਿਹੜਾ ਹੈਗਾ ਨੰਬਰ ਪਰਮੇਸ਼ਵਰ ਦਾ ਹੈਗਾ, ਲੇਕਿਨ 70 ਸਾਲ ਜਿਹੜੇ ਅਸੀਂ ਸਾਨੂੰ ਇੱਥੇ ਜਿਹੜੇ ਕਿ ਬਿਤਾਣੇ ਹੁੰਦੇ ਧਰਤੀ ਦੇ ਉੱਤੇ ਉਹਨਾਂ ਨੂੰ ਦਰਸਾਉਂਦਾ ਹੈ। The Sukkot reminds us of how temporary life is here today. ਸੁਖੋਤ ਸਾਨੂੰ ਜਿਹੜਾ ਹੈਗਾ ਇਸ ਚੀਜ਼ ਨੂੰ ਯਾਦ ਦਿਲਾਉਂਦਾ ਹੈਗਾ ਕਿ ਸਾਡਾ ਸਮੇਂ ਇਸ ਧਰਤੀ ਦੇ ਉੱਤੇ ਬਹੁਤ ਹੀ ਘੱਟ ਹੈਗਾ। As the leaves fade, ਜਿਸ ਤਰ੍ਹਾਂ ਪੱਤੇ ਜਿਹੜੇ ਹੈਗੇ ਮੁਰਝਾ ਜਾਂਦੇ, they were to see the fading of life and approaching time where they will be with God. ਉਹਨਾਂ ਨੂੰ ਇਹ ਚੀਜ਼ ਦਿਖਾਉਂਦਾ ਪਿਆ ਹੈਗਾ ਸੀ ਜਿਸ ਤਰ੍ਹਾਂ ਪੱਤੇ ਜਿਹੜੇ ਹੈਗੇ ਮੁਰਝਾ ਜਾਂਦੇ ਹੈਗੇ ਉਸੇ ਤਰ੍ਹਾਂ ਤੁਸੀਂ ਜਿਹੜਾ ਹੈਗਾ ਇਸ ਜੀਵਨ ਤੋਂ ਨਿਕਲ ਕੇ ਪਰਮੇਸ਼ਵਰ ਦੇ ਸਾਹਮਣੇ ਜਾਓਗੇ। They were to remind themselves and teach their children. ਇਹ ਆਪਣੇ ਆਪ ਨੂੰ ਜਿਹੜਾ ਹੈਗਾ ਸਮਝਾਉਣਾ ਸੀ ਤੇ ਨਾਲੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਸਿਖਾਉਣਾ ਸੀ। We are only camping here. ਕਿ ਅਸੀਂ ਜਿਹੜਾ ਹੈਗਾ ਥੋੜੀ ਦੇਰ ਵਾਸਤੇ ਇੱਥੇ ਹੈਗੇ ਹਾਂ। We should not be overwhelmed with the blessings. ਕਿ ਜੋ ਆਸ਼ੀਸ਼ਾਂ ਹੈਗੀਆਂ ਸਾਨੂੰ ਉਹਦੇ ਨਾਲ ਜਿਹੜਾ ਹੈਗਾ ਅਸੀਂ ਬਹੁਤ ਜ਼ਿਆਦਾ ਨਾ ਮਨ ਭਰ ਜਾਵੇ। Our hope is the city coming out of heaven. ਸਾਡੀ ਆਸ਼ਾ ਹੈਗੀ ਹੈ ਉਸ ਸ਼ਹਿਰ ਨੂੰ ਜਿਹੜਾ ਸਵਰਗ ਤੋਂ ਆਉਣ ਵਾਲਾ ਹੈਗਾ। What is God saying to Nehemiah?
ਨehemiah ਨੂੰ ਕੀ ਕਿਹਾ ਪਰਮੇਸ਼ਵਰ You ਨੇ have rebuilt the walls. ਤੁਸੀਂ ਜਿਹੜਾ ਹੈਗਾ ਦੀਵਾਰਾਂ ਬਣਾਤੀਆਂ You have set the gates. ਗੇਟ ਵੀ ਬਣਾਤੇ You have established homes. ਘਰ ਵੀ ਬਣਾਤੇ You have planted vineyards. ਤੁਸੀਂ ਜਿਹੜਾ ਹੈਗਾ ਵਿਨੀਅਰਡ ਵੀ ਬਣਾਤੇ The Lord is good, ਪਰਮੇਸ਼ਵਰ ਨੇ ਬਹੁਤ ਅੱਛਾ but ਕੀਤਾ this is not your resting place. ਲੇਕਿਨ ਇਹ ਤੁਹਾਡੀ ਆਰਾਮ ਕਰਨ ਦੀ ਥਾਂ ਨਹੀਂ ਹੈਗੀ You must look for a city whose builder and maker is God. ਤੁਸੀਂ ਉਹ ਸ਼ਹਿਰ ਨੂੰ ਲੱਭੋ ਜਿਹੜਾ ਜਿਨ੍ਹਾਂ ਦਾ ਬਣਾਉਣ ਵਾਲਾ ਜਿਹੜਾ ਹੈਗਾ ਪਰਮੇਸ਼ਵਰ ਹੈ David knew this. ਦਾਊਦ ਨੂੰ ਪਤਾ ਸੀ In Psalm 39:12 he said like this, ਭਜਨ ਸੰਹਿਤਾ 39 ਦੇ ਅੰਦਰ ਹੀ ਕਿਹਾ ਉਹਨੇ Hear my prayer, O Lord, and give ear unto my cry. Hold not thy peace at my tears, for I am a stranger with thee and a sojourner, as all my fathers were. हे यहोवा मेरी प्रार्थना सुन और मेरी दुहाई पर कान लगा मेरा रोना सुनकर शांत न रह क्योंकि मैं तेरे संग एक परदेसी यात्री की नाई रहता हूँ और अपने सब पुरखों के सामने परदेसी हूँ Sojourner means resident alien. कि मैं परदेसी ਹੈਗਾ ਇਸ ਥਾਂ 'ਚ You're not belonging to that place. ਕਿ ਤੁਸੀਂ ਉਸ ਥਾਂ ਨੂੰ ਜਿਹੜਾ ਹੈਗਾ ਨਹੀਂ ਬਿਲੋਂਗ ਕਰਦੇ You should look for a city whose foundations, whose builder and maker is God. ਉਹ ਥਾਂ ਨੂੰ ਲੱਭੋ ਤੁਸੀਂ ਉਹ ਸ਼ਹਿਰ ਨੂੰ ਲੱਭੋ ਜਿਨ੍ਹਾਂ ਦੀ ਨੀਂਵ ਜਿਹੜੀ ਹੈਗੀ ਪਰਮੇਸ਼ਵਰ ਨੇ ਰੱਖੀ ਹੋਈ ਹੈ This is what Abraham did. ਇਹੀ ਅਬਰਾਮ ਨੇ ਕੀਤਾ Hebrews 11:9 and 10. ਇਬਰਾਨੀਆਂ 11:9 ਤੇ 10 By faith he sojourned in the land of promise, as in a strange country, dwelling in tabernacles with Isaac and Jacob, the heirs with him of the same promise. And he looked for a city which had foundations, whose builder and maker is God. इब्रानिया 11:9-10 लिखा है विश्वास ही से उसने प्रतिज्ञा किए हुए देश में जैसे पराए देश के परदेसी रहकर इसहाक और यकूब समेत से उसके साथ उसकी प्रतिज्ञा के वारिस थे तंबुओं में वास किया God is so pleased with Abraham and his children. He says in Hebrews 11:15-16 like this. ਪਰਮੇਸ਼ਵਰ ਜਿਹੜਾ ਹੈਗਾ ਇਬਰਾਹਿਮ ਦੀ ਸੰਤਾਨਾਂ ਦੇ ਨਾਲ ਬੜੇ ਪ੍ਰਸੰਨ ਹੈਗੇ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ And truly if they had been mindful of that country from whence they came, they might have had opportunity to have returned, but now they desire a better country, that is an heavenly. Wherefore God is not ashamed to be called their God, for he hath prepared for them a city. और जिस देश से वे निकल आए थे यदि उसकी सुधि करते तो उन्हें लौट जाने का अवसर था पर वे एक उत्तम अर्थात स्वर्गीय देश के अभिलाषी हैं इसलिए परमेश्वर उनका परमेश्वर कहलाने में उनसे नहीं लजाता सो उनसे उनके लिए एक नगर तैयार किया है You see, what secret Bible reveals here is Abraham, when he moved, he has no intention of going back. ਇੱਥੇ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਕਹਿੰਦਾ ਹੈਗਾ ਕਿ ਜਦੋਂ ਅਬਰਾਹਮ ਉੱਥੋਂ ਨਿਕਲਿਆ ਹੈ ਤਾਂ ਉਹਦੇ ਕੋਈ ਇੱਛਾ ਨਹੀਂ ਹੈਗੀ ਸੀ ਕਿ ਉਹ ਵਾਪਸ ਜਾਵੇ He wanted what God wanted for him. ਉਹਦੀ ਇੱਛਾ ਹੈਗੀ ਸੀ ਕਿ ਜੋ ਪਰਮੇਸ਼ਵਰ ਦੀ ਇੱਛਾ ਹੈ ਉਹ ਉਹੀ ਮੈਨੂੰ ਪੂਰੀ ਹੋਵੇ God knows how we can easily be blinded by his blessings. ਪਰਮੇਸ਼ਵਰ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਆਸ਼ੀਸ਼ਾਂ ਦੇ ਨਾਲ ਅੰਨੇ ਹੋ ਸਕਨੇ ਆ Why would God put an entire nation into tiny huts? ਕਿ ਇਹਨੇ ਪੂਰੇ ਦੇਸ਼ ਨੂੰ ਜਿਹੜਾ ਹੈਗਾ ਛੋਟੀ ਛੋਟੀ ਝੋਪੜੀਆਂ ਦੇ ਅੰਦਰ ਕਿਉਂ ਪਾਤਾ ਪਰਮੇਸ਼ਵਰ ਨੇ Because he knows the terrible danger his children are in of being blessed. ਕਿ ਉਹਨਾਂ ਨੂੰ ਪਤਾ ਹੈਗਾ ਸੀ ਕਿ ਕਿੰਨਾ ਆਸ਼ੀਸ਼ਾਂ ਦੇ ਨਾਲ ਜਿਹੜਾ ਹੈਗਾ ਖਤਰਾ ਹੈਗਾ ਕਿ ਬੱਚੇ ਭੁੱਲ ਜਾਣ ਕਿ ਇਹ ਆਸ਼ੀਸ਼ਾਂ ਹੀ ਹੈਗੀਆਂ He knows how easily we can be swept away by the blessings and forget him. ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਆਸ਼ੀਸ਼ਾਂ ਦੇ ਉੱਤੇ ਨਜ਼ਰ ਰੱਖ ਕੇ ਪਰਮੇਸ਼ਵਰ ਤੋਂ ਨਜ਼ਰ ਹਟਾ ਸਕਨੇ ਆ ਬੜੀ ਜਲਦੀ We can easily be blinded by ease and comfort. ਅਸੀਂ ਬੜੀ ਜਲਦੀ ਅੰਨੇ ਹੋ ਸਕਨੇ ਆ ਕਿ ਵੀ ਸਾਨੂੰ ਆਰਾਮ ਦੀ ਜ਼ਿੰਦਗੀ ਮਿਲਦੀ ਪਈ ਹੈ ਇਸ ਵੇਲੇ We give our comforts, our desires, our things, our families, our children importance more than God. ਅਸੀਂ ਸਾਰੀਆਂ ਆਪਣੀ ਚੀਜ਼ਾਂ ਨੂੰ ਆਪਣੇ ਆਰਾਮਾਂ ਨੂੰ ਆਪਣੇ ਕਾਰੋਬਾਰ ਨੂੰ ਆਪਣੇ ਪਰਿਵਾਰ ਨੂੰ ਪਰਮੇਸ਼ਵਰ ਤੋਂ ਉੱਪਰ ਥਾਂ ਦੇ ਦਿੰਨੇ ਆ Moses told this about the Israelites. ਮੂਸਾ ਨੇ ਇਜ਼ਰਾਈਲਾਂ ਨੂੰ ਦੇ ਬਾਰੇ ਚ ਇਸ ਤਰ੍ਹਾਂ ਕਿਹਾ ਸੀ He prophesied in Deuteronomy 32. ਉਹਨਾਂ ਨੇ ਡਿਊਟਰੋਨੋਮੀ 32 ਦੇ ਅੰਦਰ ਇਹ ਚੀਜ਼ ਜਿਹੜੀ ਕਿ ਪਹਿਲਾਂ ਭਵਿਸ਼ਣੀ It is so true of our own lives. ਇਹ ਕਿੰਨਾ ਸੱਚ ਹੈਗਾ ਸਾਡੇ ਆਪਣੇ ਜੀਵਨ ਦੇ ਅੰਦਰ Deuteronomy 32:15. ਡਿਊਟਰੋਨੋਮੀ 32:15 ਲਿਖਿਆ ਹੈ But Jerushan, that is the name for Israel, waxed fat and kicked. Thou art waxen fat, thou art grown thick, thou art covered with fatness. Then he forsook God which made him and lightly esteemed the rock of his salvation.
परंतु यशूरून मोटा होकर लात मारने लगा, तू मोटा और हृष्टपुष्ट हो गया और चर्बी से छा गया, और उसने अपने सृजनहार ईश्वर को तज दिया और उसने उद्धारमूल चट्टान को तुच्छ जाना। This is a message for each one of us. ਇਹ ਸਾਡੇ ਸਾਰਿਆਂ ਵਾਸਤੇ ਜਿਹੜਾ ਹੈਗਾ ਇੱਕ ਸੰਦੇਸ਼ ਹੈ। It's true, all our prayers are for God to bless us. ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਹੈਗੀਆਂ ਕਿ ਸਾਨੂੰ ਅਸ਼ੀਸ਼ਾਂ ਮਿਲਣ, Nothing wrong with it. ਉਹਦੇ 'ਚ ਕੋਈ ਗਲਤ ਨਹੀਂ ਹੈ, But the more we are blessed, ਲੇਕਿਨ ਜਿੰਨਾ ਜ਼ਿਆਦਾ ਅਸੀਂ ਅਸ਼ੀਸ਼ਿਤ the ਹੁੰਦੇ ਹਾਂ, more we want to establish roots in this world. ਉਨਾ ਜ਼ਿਆਦਾ ਜਿਹੜਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਇਸ ਦੁਨਿਆਵੀ ਚੀਜ਼ਾਂ ਦੇ ਅੰਦਰ ਆਪਣੀ ਜੜ੍ਹਾਂ ਹੋਰ ਤੇਜ਼ ਕਰੀਏ। We want to be entangled with the world. ਅਸੀਂ ਚਾਹੁੰਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਬਣ ਕੇ ਰਹਿ We ਜਾਈਏ। want to buy and accumulate. ਅਸੀਂ ਚਾਹੁੰਦੇ ਹਾਂ ਕਿ ਅਸੀਂ ਖਰੀਦੀਏ ਔਰ ਇੱਥੇ ਜਿਹੜਾ ਹੈਗਾ ਥਾਵਾਂ ਬਣਾਈਏ। In this process, God becomes very dim in our lives. ਇਸ ਦੌਰਾਨ ਜਿਹੜਾ ਹੈਗਾ ਪਰਮੇਸ਼ਵਰ ਜਿਹੜਾ ਹੈਗਾ ਬਹੁਤ ਹੀ ਹਲਕਾ ਹੋ ਜਾਂਦਾ ਹੈ ਸਾਡੇ ਜੀਵਨ ਦੇ We ਅੰਦਰ। say, God, Lord, I'll finish all this. If I have time, I will spend time for you. ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਪਰਮੇਸ਼ਵਰ ਮੈਂ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਹੈਗਾ, ਜੇ ਬਾਅਦ ਚੋਂ ਟਾਈਮ ਮਿਲਿਆ ਤੇ ਤੁਹਾਡੇ ਵਾਸਤੇ ਕਰਾਂਗਾ। Every decision we make to bless ourselves, it is like a one more rope tying us to the earth. ਜਿੰਨਾ ਜੋ ਨਵੀਂ ਚੀਜ਼ ਅਸੀਂ ਜਿਹੜੀ ਹੈਗੀ ਹੈ ਆਪਣੇ ਵਾਸਤੇ ਇਸ ਦੁਨੀਆ ਦੇ ਅੰਦਰ ਪਾਉਂਦੇ ਹੈਗੇ ਆ, ਉਹ ਸਾਨੂੰ ਇੱਕ ਤਰ੍ਹਾਂ ਰੱਸੀ ਹੈਗੀ ਹੈ ਜਿਹੜੀ ਪਰਮੇਸ਼ਵਰ ਤੋਂ ਰੋਕਦੀ ਹੈ The ਪਾਸ Lord ਜਾਣ। wants us to live in that Sukkoth ਅਸੀਂ ਪਰਮੇਸ਼ਵਰ ਚਾਹੁੰਦੇ ਹੈਗੇ ਕਿ ਅਸੀਂ ਉਸ ਸਕੋਤ 'ਚ ਰਹੀਏ every single day, ਹਰ ਰੋਜ਼, many times a day. ਬੜੀ ਵਾਰ ਜਿਹੜਾ ਹੈਗਾ ਹਰ ਰੋਜ਼। We have to remember, I am an alien, I am just passing through, this is not my house. ਸਾਨੂੰ ਧਿਆਨ ਰੱਖਣਾ ਹੈਗਾ ਕਿ ਅਸੀਂ ਇਸ ਥਾਂ ਦੇ ਉੱਤੇ ਥੋੜੀ ਦੇਰ ਵਾਸਤੇ ਹੀ ਹੈਗੇ ਆ, ਇੱਥੇ ਨਹੀਂ ਬਿਲੋਂਗ ਕਰਦੇ। Thank you, Lord, for your blessings. ਪ੍ਰਭੂ ਤੁਹਾਡਾ ਸ਼ੁਕਰੀਆ ਕਿ ਤੁਸੀਂ ਆਸ਼ੀਸ਼ਾਂ ਦਿੱਤੀਆਂ। But my rejoicing is more because I am looking forward to that city which you are going to bring from heaven. ਲੇਕਿਨ ਮੇਰਾ ਹਰਸ਼ ਤਾਂ ਜ਼ਿਆਦਾ ਹੈਗਾ ਕਿਉਂਕਿ ਮੈਂ ਉਸ ਸ਼ਹਿਰ ਨੂੰ ਲੱਭਦਾ ਪਿਆ ਹਾਂ ਜਿਨ੍ਹਾਂ ਦੀ ਥਾਂ ਤੁਸੀਂ ਰੱਖੀ ਹੈਗੀ If you see the word of God, we don't own anything on this earth. ਅਸੀਂ ਪਰਮੇਸ਼ਵਰ ਦੇ ਵਚਨ ਤੇ ਦੇਖੀਏ ਤੇ ਸਾਨੂੰ ਧਰਤੀ ਦੇ ਉੱਤੇ ਕੁਝ ਵੀ ਨਹੀਂ ਚਾਹੀਦਾ। Everything is here, God as we have is given to us by lease from God. ਜਿੱਥੇ ਵੀ ਜੋ ਵੀ ਚੀਜ਼ ਸਾਨੂੰ ਇੱਥੇ ਮਿਲੀ ਹੈਗੀ ਹੈ ਉਹ ਪਰਮੇਸ਼ਵਰ ਨੇ ਸਾਨੂੰ ਇੱਥੇ ਇੱਕ ਤਰ੍ਹਾਂ ਲੋਨ ਵਾਕਨ ਦਿੱਤੀ ਹੈ। When God gave Israel the land of Canaan, ਜਦੋਂ ਪਰਮੇਸ਼ਵਰ ਨੇ ਕਨਾਨ ਦੀ ਥਾਂ ਜਿਹੜੀ ਹੈਗੀ ਹੈ ਦਿੱਤੀ, He did not give them ownership. ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਮਾਲਿਕ ਨਹੀਂ ਬਣਾਇਆ। You see, Leviticus 25:23 says, ਲਿਵਿਟਿਕਸ 25:23 ਚ ਲਿਖਿਆ, the land shall not be sold forever, for the land is mine, for you are strangers and sojourners with me. भूमि सदा के लिए तो बेची ना जाए क्योंकि भूमि मेरी है और उसमें तुम परदेशी और बाहरी हो। They can trade with the crop, but they could not sell the land. ਉੱਥੇ ਜਿਹੜੀ ਉਪਜ ਜਿਹੜੀ ਹੈਗੀ ਹੈ ਉਹ ਵੇਚ ਸਕਦੇ ਹੈਗੇ ਸੀ ਲੇਕਿਨ ਧਰਤੀ ਨੂੰ ਨਹੀਂ। God owns everything we have. ਪਰਮੇਸ਼ਵਰ ਜੋ ਵੀ ਚੀਜ਼ ਸਾਡੀ ਹੈਗੀ ਹੈ ਉਹ ਸਾਰੀ ਪਰਮੇਸ਼ਵਰ ਦੀ ਹੈ। We keep saying to God, Lord, I give back what you have given. ਅਸੀਂ ਕਹਿੰਦੇ ਰਹਿੰਦੇ ਹੈਗੇ ਪਰਮੇਸ਼ਵਰ ਜੋ ਤੁਸੀਂ ਦਿੱਤਾ ਹੈ ਅਸੀਂ ਵਾਪਸ ਦਿੰਦੇ ਹਾਂ, But we really own nothing. ਲੇਕਿਨ ਸਾਡੇ ਕੋਲ ਅਸੀਂ ਕਿਸੇ ਵੀ ਚੀਜ਼ ਦੇ ਜਿਹੜੇ ਹੈਗੇ ਮਾਲਿਕ ਨਹੀਂ ਹੈਗੇ। Psalm 50:10-12 is refreshing. ਭਜਨ ਸੰਹਿਤਾ 50:10 ਤੋਂ 12 ਜਿਹੜਾ ਹੈਗਾ ਲਿਖਿਆ ਹੈਗਾ, Lord says, every beast of the forest is mine. For every beast of the forest is mine, and the cattle upon 1,000 hills. I know all the fowls of the mountains, and the wild beasts of the field are mine. If I were hungry, I would not tell thee, for the world is mine and the fullness thereof. क्योंकि वन के सारे जीव जंतु और हजारों पहाड़ों के जानवर मेरे ही हैं। पहाड़ों के सब पक्षियों को मैं जानता हूँ और मैदान पर चलने फिरने वाले जानवर मेरे ही हैं। यदि मैं भूखा होता तो तुमसे ना कहता, क्योंकि जगत और जो कुछ उसमें है वह मेरा है। The Lord is saying, go to the booth and examine yourself. ਪਰਮੇਸ਼ਵਰ ਕਹਿੰਦੇ ਪਏ ਕਿ ਚੋਪੜੀਆਂ ਦੇ ਅੰਦਰ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਤੁਸੀਂ ਚੈੱਕ ਕਰੋ। Are you a steward or are you an owner? ਕਿ ਤੁਸੀਂ ਮਾਲਿਕ ਹੈਗੇ ਹੋ ਜਾਂ ਤੁਸੀਂ ਸਿਰਫ ਸਟੂਅਰਡ ਹੈਗੇ ਹੋ। If you are a steward, you are truthful. If you are an owner, you are lying. ਜੇ ਤੁਸੀਂ ਸਟੂਅਰਡ ਹੈਗੇ ਹੋ, ਜੋ ਚੀਜ਼ ਮੈਂ ਤੁਹਾਨੂੰ ਦਿੱਤੀ ਹੈਗੀ ਤੁਸੀਂ ਉਹਦਾ ਰਖਵਾਲੀ ਕਰਨ ਵਾਲੇ ਹੈਗੇ ਹੋ ਤਾਂ ਠੀਕ ਹੈ, ਜੇ ਤੁਸੀਂ ਮਾਲਿਕ ਹੋ ਤਾਂ ਗਲਤ ਹੈ। How much are you time do you spend on yourself as compared to his work? ਜੋ ਤੁਸੀਂ ਉਹਨਾਂ ਦਾ ਕੰਮ ਹੈਗਾ ਉਹਨਾਂ ਦੇ ਬਨਸਪਤ ਤੁਸੀਂ ਜਿਹੜੀ ਇਹ ਸਾਰੀਆਂ ਜੋ ਚੀਜ਼ਾਂ ਉਹਨਾਂ ਨੇ ਦਿੱਤੀਆਂ ਹੈਗੀਆਂ ਉਹਨਾਂ ਦੇ ਉੱਤੇ ਕਿੰਨਾ ਕੰਮ ਕਰਦੇ ਹੈਗੇ। When the Holy Spirit came upon the church in the book of Acts, ਪ੍ਰੇਰਿਤਾਂ ਦੇ ਕੰਮ ਦੇ ਅੰਦਰ ਜਦੋਂ ਪਵਿੱਤਰ ਆਤਮਾ ਆਇਆ ਹੈਗਾ ਸੀ ਸਾਰੇ ਸ਼ਾਗਿਰਦਾਂ ਦੇ ਉੱਤੇ, it was said in Acts 4:32, ਐਕਟਸ 4:32 ਚ ਲਿਖਿਆ ਹੈ,
And the multitude of them that believed were of one heart and one soul. Neither said any of them that aught of the things which he possessed was his own, but they had all things in common. और विश्वास करने वालों की मंडली एक चित्त और एक मन के थे, यहाँ तक कि कोई भी अपनी संपत्ति अपनी नहीं कहता था, परंतु सब कुछ साझे का था। The booth is a reminder for us to abstain from fleshly lusts. ਇਹ ਜਿਹੜਾ ਹੈਗਾ ਸਾਨੂੰ ਯਾਦ ਦਿਲਾਉਂਦਾ ਹੈਗਾ ਕਿ ਅਸੀਂ ਸ਼ਾਰੀਰਿਕ ਵਾਸਨਾਵਾਂ ਦੇ ਪਿੱਛੇ ਨਾ ਪਈਏ। Because Peter says in 1 Peter 2:11, ਪਹਿਲੇ ਪਤਰਸ 2:11 ਚ ਲਿਖਿਆ ਹੈਗਾ, Dearly beloved, I beseech you as strangers and pilgrims, abstain from fleshly lusts which war against the soul. हे प्रियो, मैं तुमसे विनती करता हूँ कि तुम अपने आप को परदेशी और यात्री जानकर उन शारीरिक अभिलाषाओं से जो आत्मा से युद्ध करती हैं बचे रहो। The booth is meant to get the world out of us. ਇਹ ਝੌਂਪੜੀਆਂ ਜਿਹੜੀਆਂ ਹੈਗੀਆਂ ਤਾਂ ਹੈਗੀਆਂ ਕਿ ਅਸੀਂ ਦੁਨਿਆਵੀ ਵਾਸਨਾਵਾਂ ਤੋਂ ਬਾਹਰ ਨਿਕਲ ਕੇ ਆਈਏ। Go there, my dear brother, my dear sister. ਇਹ ਮੈਂ ਭੈਣੋ ਭਰਾਵੋ ਇਸ ਝੌਂਪੜੀਆਂ 'ਚ ਜਾਓ। You don't get absorbed or overcome by the world. ਦੁਨਿਆਵੀ ਵਾਸਨਾਵਾਂ ਤੋਂ ਜਿਹੜਾ ਹੈਗਾ ਤੁਸੀਂ ਓਵਰਕਮ ਨਾ ਹੋ ਜਾਵੋ। The young people today are listening to lying spirits. ਜਵਾਨ ਲੋਕ ਜਿਹੜਾ ਹੈਗਾ ਉਹ ਇਹੋ ਜਿਹੀਆਂ ਪ੍ਰਮਾਨ ਵਾਲੀਆਂ ਜਿਹੜੀ ਹੈਗੀਆਂ ਆਤਮਾਵਾਂ ਨੂੰ ਸੁਣਦੇ ਪਏ ਜੋ ਝੂਠ ਬੋਲਦੀਆਂ। How do I know that? ਕਿਸ ਤਰ੍ਹਾਂ ਪਤਾ ਮੈਨੂੰ? By the songs they are listening. ਕਿਉਂਕਿ ਉਹ ਜੋ ਗਾਣੇ ਸੁਣਦੇ ਹੈਗੇ ਉਹਨਾਂ ਤੋਂ ਪਤਾ ਚੱਲਦਾ ਹੈ। I go on Google and read the songs because I cannot listen to that music. ਕਿ ਮੈਂ ਉਹ ਗਾਣੇ ਨਹੀਂ ਸੁਣ ਸਕਦਾ, ਲੇਕਿਨ ਮੈਂ ਜਿਹੜਾ ਹੈਗਾ ਉਹਨਾਂ ਦੇ ਸ਼ਬਦਾਂ ਨੂੰ ਜਿਹੜਾ ਹੈਗਾ ਜਾ ਕੇ ਗੂਗਲ ਤੇ ਦੇਖਣਾ। When you compare the word of God, they are demonic. ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਜਿਹੜਾ ਕੰਪੇਅਰ ਕਰੋਗੇ ਤੇ ਉਹ ਬਿਲਕੁਲ ਸ਼ੈਤਾਨੀ ਹੈਗੇ ਨੇ। The rap songs, ਜਿੰਨੇ ਵੀ ਰੈਪ ਸੌਂਗ the ਗਾਣੇ, songs of the new genre, ਜਿੰਨੇ ਨਵੇਂ ਪੀੜ੍ਹੀ ਦੇ ਗਾਣੇ ਹੈਗੇ, all speak about lust, wealth, grabbing everything you can today. ਉਹ ਸਾਰੀ ਸ਼ਾਰੀਰਿਕ ਵਾਸਨਾਵਾਂ ਨੂੰ ਔਰ ਪੈਸੇ ਨੂੰ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਪਏ ਹੋਏ ਨੇ। They are full of bad language. ਬਹੁਤ ਗੰਦੀ ਭਾਸ਼ਾ ਦਾ ਇਸਤੇਮਾਲ ਕਰਦੇ। They make the listeners rebellious. ਉਹ ਜਿਹੜੇ ਜੋ ਵੀ ਸੁਣਨ ਵਾਲੇ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਪਰਮੇਸ਼ਵਰ ਦੇ ਵਿਰੁੱਧ ਕਰਦੇ। They are the voice. These are the voices of the god of this world. ਇਹ ਆਵਾਜ਼ਾਂ ਹੈਗੀਆਂ ਜੋ ਇਸ ਦੁਨੀਆ ਦਾ ਜਿਹੜਾ ਹੈਗਾ ਪਰਮੇਸ਼ਵਰ ਹੈਗਾ ਉਹਦੀਆਂ। And the young people are repeatedly listening to these songs. ਔਰ ਜਿਹੜੇ ਜਵਾਨ ਲੋਕ ਹੈਗੇ ਨੇ ਉਹ ਇਹੋ ਜਿਹੇ ਗਾਣਿਆਂ ਨੂੰ ਬਾਰ-ਬਾਰ ਸੁਣਦੇ ਨੇ। And so everything which is sinful is starting to become acceptable to these young people. ਔਰ ਜੋ ਵੀ ਸਾਰੀਆਂ ਚੀਜ਼ਾਂ ਪਾਪ ਹੈਗੀਆਂ ਉਹ ਯੁਵਾ ਪੀੜ੍ਹੀ ਨੂੰ ਜੋ ਇਹ ਗਾਣੇ ਸੁਣਦੇ ਨੇ ਉਹਨਾਂ ਨੂੰ ਇਹ ਚੀਜ਼ ਮੰਨਣੀ ਠੀਕ ਲੱਗਣੀ ਸ਼ੁਰੂ ਹੋ ਜਾਂਦੀ ਹੈ। When the parents say don't do this, they say, who are you to tell me this is the right way? ਜਦੋਂ ਮਾਤਾ ਪਿਤਾ ਕਹਿੰਦੇ ਕਿ ਇਹ ਨਾ ਕਰੋ ਤੇ ਉਹ ਕਹਿੰਦੇ ਕਿਉਂ ਅਸੀਂ ਨਾ ਕਰੀਏ, ਇਹ ਤੇ ਸਹੀ ਰਸਤਾ ਹੈਗਾ, This is my way. ਇਹ ਮੇਰਾ ਰਸਤਾ ਹੈ। Oh, you will fall. ਤੁਸੀਂ ਗਿਰ ਜਾਓਗੇ, You will destroy yourself. ਆਪਣੇ ਆਪ ਨੂੰ ਤੁਸੀਂ ਤਹਿਸ-ਨਹਿਸ ਕਰ Then they ਲਓਗੇ। will say, let me destroy myself. Let me try it because I think this is the right way. ਫਿਰ ਉਹ ਜਿਹੜੇ ਹੈਗੇ ਯੁਵਾ ਕਹਿੰਦੇ ਹੈਗੇ ਕਿ ਮੈਨੂੰ ਆਪਣੇ ਆਪ ਨੂੰ ਤਹਿਸ-ਨਹਿਸ ਕਰਨ ਦਿਓ ਕਿਉਂਕਿ ਮੈਨੂੰ ਇਹੀ ਸਹੀ ਰਸਤਾ ਲੱਗਦਾ। The idea behind this music these days, this genre of music, is to make you rebellious. ਕਿ ਇਹਨਾਂ ਦਾ ਲਕਸ਼ ਜਿਹੜਾ ਹੈਗਾ ਉਹ ਇਹ ਹੈਗਾ ਕਿ ਤੁਹਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਕਰਨ। We have to be separated from the world. ਸਾਨੂੰ ਜਿਹੜਾ ਹੈਗਾ ਦੁਨੀਆ ਤੋਂ ਜਿਹੜਾ ਹੈਗਾ ਅਲੱਗ ਹੋ ਕੇ ਰਹਿਣਾ। So the last evidence of repentance is separation from the world. ਇਹ ਆਖਰੀ ਜਿਹੜੀ ਹੈਗੀ ਹੈ ਚਿੰਨ੍ਹ ਜਿਹੜਾ ਹੈਗਾ ਕਿ ਰਿਵਾਈਵਲ ਦਾ ਉਹ ਹੈਗਾ ਕਿ ਦੁਨੀਆਵੀ ਚੀਜ਼ਾਂ ਤੋਂ ਹਟਣਾ। Nehemiah 9:2. ਨੇਹਮੀਆ 9:2 ਚ ਲਿਖਿਆ ਹੈ, And the seed of Israel separated themselves from all strangers and stood and confessed their sins and the iniquities of their fathers. तब इस्राएल के वंश के लोग सब अन्य जाति लोगों से अलग हो गए और खड़े होकर अपने अपने पापों और अपने पुरखों के अधर्म के कामों को मान लिया। Where there is biblical restoration, there is a growing awareness of separation from the world. ਜਦੋਂ ਵਚਨ ਦੇ ਅਨੁਸਾਰ ਦੇ ਨਾਲ ਜਿਹੜਾ ਹੈਗਾ ਤੁਸੀਂ ਦੇਖਦੇ ਹੈਗੇ ਹੋ ਤੇ ਤੁਹਾਨੂੰ ਪਤਾ ਚੱਲਦਾ ਹੈਗਾ ਕਿ ਤੁਹਾਨੂੰ ਦੁਨੀਆ ਤੋਂ ਜਿਹੜਾ ਹੈਗਾ ਅਲੱਗ ਹੀ ਰਹਿਣਾ ਪੈਣਾ। When you start to live a separated life, people will look at you and observe there is something different about you. ਜਦੋਂ ਤੁਸੀਂ ਕੁਝ ਵੱਖਰੀ ਜਿਹੜਾ ਹੈਗਾ ਦੁਨੀਆ ਜਿਸ ਤੌਰ ਤਰੀਕੇ ਨਾਲ ਚੱਲਦੀ ਹੈ ਉਸ ਤੌਰ ਤਰੀਕੇ ਤੋਂ ਵੱਖਰਾ ਜਿੰਦੇ ਹੋ ਤੇ ਦੁਨੀਆ ਜਿਹੜਾ ਹੈਗਾ ਦੇਖਦੀ ਹੈ ਕਿ ਹਾਂ ਤੁਹਾਡੇ ਜੀਵਨ 'ਚ ਕੁਝ ਹੈ। On the crime infested streets today,
ਜਿੱਥੇ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਕ੍ਰਾਈਮ ਹੈਗਾ, demonic spirits are influencing people. ਸ਼ੈਤਾਨੀ ਤਾਕਤਾਂ ਜਿਹੜੀ ਹੈਗੀਆਂ ਲੋਕਾਂ ਨੂੰ ਜਿਹੜਾ ਹੈਗਾ ਇਨਫਲੂਐਂਸ ਕਰਦੀਆਂ, Only a Christ-filled Christian, a pure Christian, a repented Christian can chase these demons away. ਸਿਰਫ ਜਿਹੜਾ ਹੈਗਾ ਉਹ ਐਸਾ ਮਸੀਹ ਜੋ ਖੁਦ ਪਛਤਾਵਾ ਕੀਤਾ ਹੋਇਆ ਹੈ ਉਹਨੇ, ਉਹ ਜਿਹੜਾ ਹੈਗਾ ਇਹਨਾਂ ਦਾ ਸਾਹਮਣਾ ਕਰ ਸਕਦਾ। Compromisers are frightened off. ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨਾਲ ਕੰਪਰੋਮਾਈਜ਼ ਕਰ ਲਿੱਤਾ ਹੈ ਉਹ ਡਰ ਜਾਂਦੇ। We have to be separate. We have to be unique. We are a holy nation called for His name. ਅਸੀਂ ਜਿਹੜਾ ਹੈਗਾ ਪਵਿੱਤਰ ਲੋਕ ਹੈਗੇ ਆ ਜਿਨ੍ਹਾਂ ਨੂੰ ਬੁਲਾਇਆ ਗਿਆ ਹੈਗਾ ਕਿ ਵੀ ਅਸੀਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰੀਏ। 5 evidences. 5 ਚੀਜ਼ਾਂ ਹੈਗੀਆਂ I want to conclude. ਅੰਤ ਵਿੱਚ। An overwhelming or an consuming desire to hear and obey God's word. ਇੱਕ ਤੀਵਰ ਇੱਛਾ ਕਿ ਵੀ ਤੁਸੀਂ ਪਰਮੇਸ਼ਵਰ ਦਾ ਵਚਨ ਸੁਣੋ ਔਰ ਪਾਲਨ ਕਰੋ। With a little bit of baptism of anger thrown in. ਜਿਹਦੇ ਅੰਦਰ ਥੋੜਾ ਜਿਹਾ ਜਿਹੜਾ ਹੈਗਾ ਬਪਤਿਸਮਾ ਗੁੱਸੇ ਦਾ ਹੋਣਾ ਚਾਹੀਦਾ ਵਿੱਚ। Second, heart-breaking repentance. ਪਛਤਾਵਾ ਜਿਹੜਾ ਹੈਗਾ ਦਿਲੋਂ। My dear brothers and sisters, it is easy to say, God, I'm sorry for my sin, but repenting is much more deeper than that. ਪਰਮੇਸ਼ਵਰ ਨੇ ਸਿਰਫ ਮਾਫੀ ਮੰਗਣਾ ਜਿਹੜਾ ਹੈਗਾ, ਕਹਿਣਾ ਕਿ ਮੈਂ ਪਾਪ ਕੀਤਾ ਤੇ ਮਾਫੀ ਕਰ ਦਿਓ, ਉਹ ਗੱਲ ਵੱਖਰੀ ਹੈ, ਲੇਕਿਨ ਪਛਤਾਵਾ ਜਿਹੜਾ ਹੈਗਾ ਹੋਰ ਜ਼ਿਆਦਾ ਗੂੜਾ ਜਾਣਾ ਪੈਂਦਾ। The joy that comes after repentance is the third evidence of revival. ਰਿਵਾਈਵਲ ਦਾ ਤੀਜਾ ਐਵੀਡੈਂਸ ਹੈਗਾ ਕਿ ਜਦੋਂ ਤੁਸੀਂ ਪਛਤਾਵਾ ਕਰਦੇ ਹੋ ਉਹਦੇ ਬਾਅਦ ਜਿਹੜਾ ਹਰਸ਼ ਤੁਹਾਡੇ ਦਿਲ ਦੇ ਅੰਦਰ ਆਉਂਦਾ। The fourth thing is the lifestyle of living on the booth. ਔਰ ਚੌਥਾ ਚੀਜ਼ ਹੈਗੀ ਹੈ ਐਵੀਡੈਂਸ ਹੈਗਾ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਝੌਂਪੜੀਆਂ ਦੇ ਅੰਦਰ ਜਿਹੜਾ ਹੈਗਾ ਰਹਿੰਦੇ ਪਏ ਹੈਗੇ ਹੋ ਆਪਣੇ The ਜੀਵਨ ਨੂੰ। Feast of Tabernacles. ਜਿਹੜੀ ਫੀਸਟ ਆਫ ਟੈਬਰਨੈਕਲ ਕਿਹਾ ਹੈਗਾ। Then the fifth thing is separation from the world. ਔਰ ਪੰਜਵੀਂ ਚੀਜ਼ ਹੈਗੀ ਹੈ ਕਿ ਪਰਮੇਸ਼ਵਰ ਦੁਨੀਆ ਤੋਂ ਜਿਹੜਾ ਹੈਗਾ ਅਲੱਗ ਹੀ ਜੀਵਨ ਬਤੀਤ ਕਰਨਾ। Where do we stand today, believers? ਅਸੀਂ ਕਿੱਥੇ ਹੈਗੇ ਆ ਅੱਜ ਦੀ ਤਾਰੀਖ ਦੇ ਅੰਦਰ? Where do you stand today? ਕਿੱਥੇ ਹੈਗੇ ਆ ਅਸੀਂ ਸਾਰੇ? Let us constrain ourselves, train ourselves, obey the word of God to keep the flame of revival alive in us. ਅਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਆਪਣੇ ਮਨ ਨੂੰ ਤਿਆਰ ਕਰੀਏ ਕਿ ਉਹ ਅੱਗ ਜਿਹੜੀ ਹੈਗੀ ਹੈ ਰਿਵਾਈਵਲ ਦੀ ਸਾਡੇ ਦਿਲਾਂ ਦੇ ਅੰਦਰ ਜਲਦੀ ਰਹਿਣੀ ਚਾਹੀਦੀ ਹੈ। Otherwise people are going to perish. ਨਹੀਂ ਤੇ ਲੋਕੀ ਜਿਹੜਾ ਹੈਗਾ ਨਸ਼ਟ ਹੋ ਜਾਣਗੇ। We will be ineffective in this world. ਅਸੀਂ ਇਸ ਦੁਨੀਆ ਦੇ ਨਾਲ ਜਿਹੜਾ ਹੈਗਾ ਕੋਈ ਨਹੀਂ ਕੰਮ ਕਰ We are ਪਾਵਾਂਗੇ। being sent with a purpose. ਸਾਨੂੰ ਜਿਹੜਾ ਹੈਗਾ ਇੱਕ ਮਕਸਦ ਦੇ ਨਾਲ ਭੇਜਿਆ ਜਾ ਰਿਹਾ ਹੈ। God calls us a peculiar people. ਸਾਨੂੰ ਜਿਹੜਾ ਹੈਗਾ ਅਜੀਬ ਲੋਕ ਕਿਹਾ ਹੈ ਪਰਮੇਸ਼ਵਰ ਨੇ। Can you put on 1 Peter 2:9 please, Andre? See, this is what God calls us. ਇਹ ਪਰਮੇਸ਼ਵਰ ਸਾਨੂੰ ਬੁਲਾਉਂਦਾ ਹੈਗਾ। You are a chosen generation, a royal priesthood, a holy nation, peculiar people, that you should show forth the praises of Him who hath called you out of darkness into His marvelous light. That might be difficult. Yeah, I know. Yeah, sorry, this just came to me. Sorry, I didn't plan on giving, but when I was finishing and I felt I should show this, that this is how God looks at each one of us. ਪਰਮੇਸ਼ਵਰ ਨੇ ਸਾਨੂੰ ਕਿਹਾ ਗਿਆ ਹੈ ਕਿ ਵੀ ਅਸੀਂ ਚੁਣੇ ਹੋਏ ਬੰਦੇ ਹੈਗੇ ਆ ਕਿ ਰਾਜਸੀ ਕੰਮ ਉਹਨਾਂ ਦੇ ਕਰਨ ਵਾਸਤੇ ਬੁਲਾਇਆ ਗਿਆ ਹੈ ਸਾਨੂੰ। Holy nation, ਪਵਿੱਤਰ ਦੇਸ਼, a peculiar people, ਅਜੀਬ ਲੋਕ, and you should show forth the praises of Him. ਔਰ ਲੋਕਾਂ ਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਵਡਿਆਈ ਜਿਹੜਾ ਹੈਗਾ ਕਰੋ ਲੋਕਾਂ ਨੂੰ। People who look at you must thank God. ਲੋਕੀ ਜਿਹੜੇ ਤੁਹਾਨੂੰ ਦੇਖਣ ਉਹਨਾਂ ਨੂੰ ਜਿਹੜਾ ਹੈਗਾ ਸ਼ੁਕਰੀਆ ਕਰਨ Or ਪਰਮੇਸ਼ਵਰ throw stones at you. ਜਾਂ ਫਿਰ ਪੱਥਰ ਤੁਹਾਡੇ ਤੇ You ਸੁੱਟਣ। cannot be neutral with God. ਪਰਮੇਸ਼ਵਰ ਦੇ ਨਾਲ ਤੁਸੀਂ ਨਿਊਟਰਲ ਨਹੀਂ ਹੋ People ਸਕਦੇ। will never be neutral with you. ਪਰ ਲੋਕੀ ਜਿਹੜੇ ਤੁਹਾਡੇ ਨਾਲ ਨਿਊਟਰਲ ਕਦੇ ਨਹੀਂ ਹੋਣਗੇ। But today we are struggling with a identity crisis. ਅੱਜ ਦੀ ਤਾਰੀਖ ਦੇ ਅੰਦਰ ਜਿਹੜਾ ਹੈਗਾ ਸਾਨੂੰ ਕ੍ਰਾਈਸਿਸ ਹੈਗਾ ਕਿ ਅਸੀਂ ਕੌਣ ਹੈਗੇ ਆ। We look just like unbelievers. ਅਸੀਂ ਜਿਹੜਾ ਹੈਗਾ ਅਵਿਸ਼ਵਾਸੀ ਵਾਕਨ ਹੀ ਲੱਗਦੇ ਆ। Only difference is we come to church, we have some Christian names maybe, and we carry a Bible and we read the God's word now and then. ਸਿਰਫ ਅੰਤਰ ਇਹ ਹੈਗਾ ਕਿ ਅਸੀਂ ਕਲੀਸਿਆ 'ਚ ਜਾਂਦੇ ਹੈਗੇ ਆ, ਸਾਡਾ ਕਈ ਲੋਕਾਂ ਦਾ ਨਾਂ ਜਿਹੜਾ ਹੈਗਾ ਮਸੀਹ ਨਾਂ ਹੈਗਾ, ਜਾਂ ਫਿਰ ਅਸੀਂ ਬਾਈਬਲ ਕਦੀ ਕਦੀ ਪੜ੍ਹਨੇ ਆ। We are just like unbelievers. ਜਿਸ ਤਰ੍ਹਾਂ ਅਵਿਸ਼ਵਾਸੀ ਉਸੇ ਤਰ੍ਹਾਂ ਅਸੀਂ। We are not peculiar. ਅਸੀਂ ਅਜੀਬ ਨਹੀਂ ਹੈਗੇ। We are not a royal priesthood. ਅਸੀਂ ਰਾਜਸੀ ਜਿਹੜੇ ਹੈਗੇ ਪ੍ਰੀਸਟ ਨਹੀਂ ਹੈਗੇ। In the olden days when Aaron the priest came, everybody would give way. ਜਦੋਂ ਪੁਰਾਣੇ ਸਮੇਂ ਦੇ ਅੰਦਰ ਜਿਹੜਾ ਹੈ ਜਦੋਂ ਐਰਨ ਪ੍ਰੀਸਟ ਆਉਂਦਾ ਹੁੰਦਾ ਸੀ ਹਰ ਕੋਈ ਰਸਤੇ ਤੋਂ ਹਟ ਜਾਂਦਾ ਸੀ। Holy nation. ਪਵਿੱਤਰ ਲੋਕ। We cannot be like the nations around us. ਅਸੀਂ ਜਿਹੜੇ ਹੈਗੇ ਲੋਕ ਅੱਗੇ ਪਿੱਛੇ ਜਿਹੜੇ ਹੈਗੇ ਉਹਨਾਂ ਵਾਂਗ ਨਹੀਂ ਅਸੀਂ ਰਹਿ ਸਕਦੇ। We have come here to show the praises of God.
ਅਸੀਂ ਇੱਥੇ ਆਏ ਹੈਗੇ ਤਾਂ ਕਿ ਅਸੀਂ ਦਿਖਾਈਏ ਲੋਕਾਂ ਨੂੰ ਕਿ ਪਰਮੇਸ਼ਵਰ ਦੀ ਕਿਸ ਤਰ੍ਹਾਂ ਵਡਿਆਈ ਕਰਨੀ ਹੈ। Let's bow our head, close our eyes. Consider the 5 things. Do you desire God's word too much and there is nothing too excessive with God's word? Does God's word lead you to a heartbreaking repentance? Do we have the joy of the Spirit? Do we have the booth mentality, Sukkot mentality? And do we want to be separate from the world?